ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਜੀ ਆਇਆਂ। ਆਸ ਕਰਦੇ ਹਾਂ ਆਪ ਸਾਰੇ ਠੀਕ-ਠਾਕ ਹੋਵੋਗੇ। ਆਪਣੀ ਗੁਰਬਾਣੀ ਦੀ ਜਿਹੜੀ ਆਪਾਂ ਵਿਚਾਰ ਰਲ-ਮਿਲ ਕੇ ਕਰਦੇ ਆ ਰਹੇ ਹਾਂ। ਅੱਜ ਆਪਾਂ ਅਗਲਾ ਸ਼ਬਦ ਵਿਚਾਰਨਾ। ਉਸ ਪਰਮਾਤਮਾ ਪਰਵਰਦਗਾਰ ਦਾ ਜਿਹੜਾ ਨਾਮ ਹੈ, ਅਸੀਂ ਉਹਦੀ ਮਹਿਮਾ ਵਿਖਿਆਨ ਕਰਦੇ ਆ ਰਹੇ ਹਾਂ, ਬੋਲਦੇ ਆ ਰਹੇ ਹਾਂ, ਸਾਂਝ ਕਰਦੇ ਆ ਰਹੇ ਹਾਂ। ਭਗਤ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, पोथी परमेश्वर का थान, पन्ना 969 969। ਉਹਦੇ ਚ ਭਗਤ ਜੀ ਫਰਮਾਨ ਕਰਦੇ ਆ, ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ। ਇਹ ਸਰੀਰ ਇੱਕ ਨਿੱਕਾ ਜਿਹਾ ਕੋਠਾ ਹੈ, ਤੇ ਇਸ ਕੋਠੇ ਦੇ ਵਿੱਚ ਇੱਕ ਨਿੱਕੀ ਜਿਹੀ ਕੋਠੜੀ ਹੈ। ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ। ਤੇ ਪ੍ਰਮਾਤਮਾ ਦੇ ਨਾਮ ਅਭਿਆਸ ਦੀ ਬਰਕਤ ਦੇ ਨਾਲ ਇਹ ਨਿੱਕੀ ਜਿਹੜੀ ਕੋਠਰੀ ਹੈ, ਇਹ ਸੁਪਰੀਮ ਚੈਂਬਰ ਬਣ ਜਾਂਦਾ, ਇਹ ਪਰਮ ਕੋਠੀ ਬਣ ਜਾਂਦੀ ਹੈ। ਇੰਨਾ ਅਭਿਆਸ ਕਰਕੇ ਇੰਨੀ ਅਵਸਥਾ 'ਚ ਪਹੁੰਚ ਕੇ ਭਗਤ ਜੀ ਅੱਗੇ ਲਿਖਦੇ ਹੈ, ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ। ਮੰਨਦੇ ਹੈ, ਮੈਨੂੰ ਕਬੀਰ ਨੂੰ ਗੁਰੂ ਨੇ ਨਾਮ ਵਸਤ ਦਿੱਤੀ, ਤੇ ਕਹਿਣ ਲੱਗੇ ਕਿ ਇਹਨੂੰ ਸਾਂਭ ਕੇ ਰੱਖਣਾ, ਲੇਵੋ ਬਸਤ ਸਮਾਰ। ਤੁਹਾਡੀ ਆਵਾਜ਼ ਬੰਦ ਹੋ ਗਈ ਬਾਰਦੀਪ ਜੀ।
ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਹਾਂਜੀ ਹੁਣ ਆ ਰਹੀ ਵੀਰ ਜੀ, ਵਿੱਚ ਜਲੀ ਆਡੀਓ ਨਹੀਂ ਸੀਗਾ ਕੁਝ ਮਿੰਟਾਂ। ਓਕੇ ਓਕੇ ਓਕੇ, ਇੱਕ ਸੈਕਿੰਡ ਹੋਲਡ ਕਰਿਓ ਜੀ। ਤੇ ਸਕਰੀਨ ਤੇ ਨਜ਼ਰ ਆ ਰਹੀ ਸੀ ਨਾ ਸਾਰਿਆਂ ਨੂੰ? ਪਹਿਲੇ ਆ ਰਹੀ ਸੀ, ਹੁਣ ਨਹੀਂ ਆ ਰਹੀ। ਹੁਣ ਸਕਰੀਨ ਵੀ ਨਹੀਂ ਨਜ਼ਰ ਆ ਰਹੀ? ਐਟਲੀਸਟ ਮੈਨੂੰ ਨਹੀਂ ਆ ਰਹੀ। ਓਕੇ ਲੈਟ ਮੀ ਚੈੱਕ ਪਲੀਜ਼। ਅਸੀਂ ਤਾਂ ਦੇਖ ਸਕਦੇ ਹਾਂ ਸਕਰੀਨ ਜੀ। ਅੱਛਾ ਦੇਖ ਰਹੇ ਹੋ? ਅੱਜ ਕੁਝ ਗੜਬੜ ਜਿਹਾ ਹੋਇਆ ਕੰਮ। ਜਸਕਰਨ ਭੈਣ ਜੀ ਇੱਕ ਵਾਰੀ ਫੇਰ ਦੇਖੋ ਜਰਾ, ਆਪਣਾ ਰੀਜੁਆਇਨ ਕਰਕੇ ਦੇਖੋ। ਹਾਂਜੀ ਮੈਂ ਬਾਕੀ ਸਾਰਿਆਂ ਨੂੰ ਆਵਾਜ਼ ਆ ਰਹੀ ਸੀਗੀ ਕਿ ਸਿਰਫ ਮੈਨੂੰ ਨਹੀਂ ਆ ਰਹੀ ਸੀਗੀ? ਨਹੀਂ ਜੀ ਆਵਾਜ਼ ਨਹੀਂ ਆ ਰਹੀ ਸੀਗੀ, ਹੁਣੇ ਹੀ ਆਵਾਜ਼ ਆਉਣੀ ਸ਼ੁਰੂ ਹੋਈ ਹੈ, ਪਹਿਲਾਂ ਨਹੀਂ ਆ ਰਹੀ ਸੀ। ਅਸੀਂ ਸਕਰੀਨ ਦੇਖ ਸਕਦੇ ਸੀ ਪਰ ਆਵਾਜ਼ ਨਹੀਂ ਸੀ ਆ ਰਹੀ। ਹਾਂਜੀ ਆਵਾਜ਼ ਨਹੀਂ ਆ ਰਹੀ। ਹੁਣ ਠੀਕ ਹੈ? ਸਕਰੀਨ ਤੇ ਆਵਾਜ਼? ਹਾਂਜੀ ਹੁਣ ਮੇਰੇ ਲਈ ਵੀ ਠੀਕ ਹੈ। ਸਕਰੀਨ ਵੀ ਨਜ਼ਰ ਆ ਰਹੀ ਹੈ ਤੇ ਆਵਾਜ਼ ਵੀ ਆ ਰਹੀ ਹੈ? ਹਾਂਜੀ ਓਕੇ ਚਲੋ ਇਦਾਂ ਕਰਿਓ, ਹੁਣ ਸਾਰੇ ਆਪਣੇ ਆਪ ਨੂੰ ਮਿਊਟ ਰੱਖਿਓ, ਮੈਂ ਫਿਰ ਰੀਸਟਾਰਟ ਕਰਦਾ। ਹਾਂਜੀ ਹੁਣ ਅਸੀਂ ਸਕਰੀਨ ਨਹੀਂ ਦੇਖ ਸਕਦੇ ਪਰ ਆਵਾਜ਼ ਆ ਰਹੀ ਹੈ। ਉਹ ਅੱਛਾ, ਇੱਕ ਸੈਕਿੰਡ। ਜਾਂ ਸਾਰੇ ਆਪਾਂ ਜੁਆਇਨ ਕਰ ਲੈਣੇ ਆ? ਨਹੀਂ ਇੱਕ ਸੈਕਿੰਡ ਹੋਲਡ ਕਰੋ ਜੀ, ਮੈਂ ਕੁਝ ਦੇਖਦਾ। ਸੌਰੀ। ਅੱਛਾ ਮੇਰੀ ਵੈਰੀ ਸੌਰੀ, ਅੱਜ ਕੁਝ ਮੈਨੂੰ ਲੱਗਦਾ ਵੀ ਮੇਰਾ ਹੀ ਹੱਥ ਵੱਜ ਗਿਆ ਤੇ ਜ਼ੂਮ ਜਿਹੜਾ ਬੰਦ ਹੋ ਗਿਆ ਜਿੱਥੋਂ ਮੈਂ ਜੁਆਇਨ ਕੀਤਾ ਸੀ। Recording in progress. ਵਾਹਿਗੁਰੂ 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 ਵਾਹਿਗੁਰੂ। ਅੱਛਾ ਜੀ ਹੁਣ ਦੱਸੋ, ਹੁਣ ਤੁਹਾਨੂੰ ਸਕਰੀਨ ਔਰ ਆਵਾਜ਼ ਦੋਨੋਂ ਆ ਰਹੇ? ਹਾਂਜੀ ਓਕੇ ਮੈਂ ਇੱਕ ਵੀਰ ਜੀ ਪਾਸੇ ਤੋਂ ਐਕੋ ਕਰ ਰਹੀ ਹੈ ਤੁਹਾਡੀ ਆਵਾਜ਼। ਹਾਂਜੀ ਉਹ ਵੀ ਠੀਕ ਕਰਦਾ ਮੈਂ ਦੋ ਪਾਸੇ ਤੋਂ ਜੁਆਇਨ ਕੀਤਾ ਸੀ ਆਪਣੇ ਫੋਨ ਤੋਂ। ਆਵਾਜ਼ ਆ ਰਹੀ ਹੈ ਜੀ? ਵਾਹਿਗੁਰੂ। ਹਾਂਜੀ ਆ ਰਹੀ ਹੈ ਜੀ, ਹੁਣ ਆਵਾਜ਼ ਵੀ ਆ ਰਹੀ ਹੈ, ਸਕਰੀਨ ਵੀ ਆ ਰਹੀ ਹੈ। ਓਕੇ ਥੈਂਕ ਯੂ। ਆਮ ਸੌਰੀ, ਮੇਰੀ ਕੋਈ ਫਾਲਟ ਸੀ, ਮੈਂ ਧਿਆਨ ਨਹੀਂ ਦਿੱਤਾ। ਤੇ ਹੁਣ ਸਕਰੀਨ ਵੀ ਤੇ ਆਵਾਜ਼ ਵੀ ਆ ਰਹੀ ਹੈ ਤੁਹਾਨੂੰ ਨਜ਼ਰ? ਹਾਂਜੀ ਆਵਾਜ਼ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਦੇ ਪ੍ਰਕਰਨ ਦੀ ਜਿਹੜੀ ਹੈ ਉਹ ਸ਼ੁਰੂਆਤ ਮੈਂ ਕਰ ਦਿੱਤੀ ਸੀ, ਪਰ ਉਹ ਆਵਾਜ਼ ਦਾ ਮੈਨੂੰ ਪਤਾ ਨਹੀਂ ਸੀ ਵੀ ਸਾਰਿਆਂ ਨੂੰ ਜਾ ਰਹੀ ਹੈ ਕਿ ਨਹੀਂ। ਸੋ ਆਪਾਂ ਇੱਥੋਂ ਅੱਜ ਗੱਲ ਸ਼ੁਰੂ ਕਰਦੇ ਹਾਂ ਕਿ ਆਪਾਂ ਇਹ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਕਰਦੇ ਆ ਰਹੇ। ਕਬੀਰ ਸਾਹਿਬ ਦਾ ਇੱਕ ਫਰਮਾਨ ਹੈ, ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ। ਸੋ ਕਹਿੰਦੇ ਇਸ ਸਰੀਰ ਦੇ ਅੰਦਰ ਇੱਕ ਹੋਰ ਕੋਠੀ ਹੈ, ਇੱਕ ਹੋਰ ਕੋਠਰੀ ਹੈ। ਇਸੇ ਸਰੀਰ ਦੇ ਅੰਦਰ ਇੱਕ ਹੋਰ ਕੋਠੜੀ ਹੈ।
ਕਿਸ ਤਰ੍ਹਾਂ? ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ। ਤੇ ਜਦੋਂ ਨਾਮ ਦੀ ਬਰਕਤ ਹੁੰਦੀ ਹੈ, ਉਹ ਜਿਹੜੀ ਕੋਠਰੀ ਹੈ ਇਸ ਸਰੀਰ ਦੇ ਅੰਦਰ ਇੱਕ ਹੋਰ ਘਰ ਹੈ। ਪਰਮਾਤਮਾ ਦੇ ਨਾਮ ਅਭਿਆਸ ਦੀ ਬਰਕਤ ਦੇ ਨਾਲ ਇਹ ਨਿੱਕੀ ਜਿਹੜੀ ਕੋਠਰੀ ਦੀ ਗੱਲ ਕਰ ਰਹੇ ਆ ਭਗਤ ਕਬੀਰ ਜੀ, ਇਹ ਕਹਿੰਦੇ it becomes the supreme chamber। ਕਹਿੰਦੇ ਨਾਮ ਦੀ ਵਿਚਾਰ ਦੇ ਨਾਲ ਇਹ ਪਰਮ ਕੋਠੀ ਬਣ ਜਾਂਦੀ ਹੈ। ਅੱਗੇ ਕਹਿੰਦੇ ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ। ਗੁਰੂ ਨੇ ਆਪ ਕਿਰਪਾ ਕੀਤੀ ਹੈ। ਜਿਹੜਾ ਨਾਮ ਦਾ ਦਾਨ ਹੈ, ਜਨਮ ਪਦਾਰਥ ਦੀ ਆਪਾਂ ਗੱਲ ਕੀਤੀ, ਗਿਆਨ ਪਦਾਰਥ ਦੀ ਗੱਲ ਕੀਤੀ, ਮੁਕਤ ਪਦਾਰਥ ਦੀ ਗੱਲ ਕੀਤੀ, ਅਖੀਰ ਤੇ ਹੈ ਨਾਮ ਪਦਾਰਥ। ਕਹਿੰਦੇ ਗੁਰਦੀਨੀ ਬਸਤ ਕਬੀਰ ਕੋ, ਗੁਰੂ ਨੇ ਆਪ ਉਹ ਵਸਤੂ ਨਾਮ ਦਾ ਦਾਨ ਕਬੀਰ ਨੂੰ ਦਿੱਤਾ। ਮੰਨ ਰਹੇ ਆ ਕਬੀਰ, ਲਿਖ ਕੇ ਦੇ ਰਹੇ ਆ। ਤੇ ਨਾਲ ਇੱਕ ਉਪਦੇਸ਼ ਦਿੱਤਾ, ਕਹਿੰਦੇ ਲੇਵੋ ਬਸਤ ਸਮਾਰ। ਕਹਿੰਦੇ ਇਹਨੂੰ ਸਾਂਭ ਕੇ ਰੱਖਣਾ। ਸਾਂਭ ਕੇ ਰੱਖਣ ਤੋਂ ਭਾਵ ਹੈ ਕਿ ਹੁਣ ਇਸ ਵਸਤੂ ਨੂੰ ਗੁੰਮ ਨਹੀਂ ਹੋਣ ਦੇਣਾ। ਈਜ਼ੀ, ਸਿੰਪਲ। ਹੁਣ ਭਾਵ ਕੀ ਹੋਇਆ ਕਿ ਇਹ ਜਿਹੜਾ ਨਾਮ ਹੈ ਇਸ ਦੇ ਉੱਤੇ ਲਗਾਤਾਰ ਪਹਿਰਾ ਦੇਣਾ, ਲਗਾਤਾਰ ਇਹਦਾ ਅਭਿਆਸ ਕਰਨਾ। ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ। ਫਿਰ ਕਬੀਰ ਸਾਹਿਬ ਨੇ ਕੀ ਕੀਤਾ? ਕਬੀਰ ਦੀ ਸੰਸਾਰ ਕੋ, ਕਬੀਰ ਨੇ ਉਹ ਜਗਤ ਦੇ ਲੋਕਾਂ ਨੂੰ ਵੰਡੀ। ਪਰ ਸਾਰਿਆਂ ਨੂੰ ਵੰਡੀ ਕਿ ਸਾਰਿਆਂ ਨੇ ਲੈ ਲਈ? ਨਹੀਂ, ਕਹਿੰਦੇ ਲੀਨੀ ਜਿਸ ਮਸਤਕ ਭਾਗ। ਜਿਹਦਾ ਭਾਗ ਖੁੱਲੇਗਾ ਉਹਨੇ ਇਹ ਵਸਤ ਦੀ ਸਾਂਝ ਪਾਉਣੀ ਹੈ। ਉਹ ਵਸਤੂ ਕੀ ਹੈ? ਅੰਮ੍ਰਿਤ ਰਸ। ਅੰਮ੍ਰਿਤ ਰਸ, ਇਸ ਤੋਂ ਭਾਵ ਕੇਵਲ ਤੇ ਕੇਵਲ ਨਾਮ ਹੈ, ਕੇਵਲ ਤੇ ਕੇਵਲ ਉੱਚੀ ਤੇ ਸੁੱਚੀ ਵਸਤੂ, ਜਿਹਨੂੰ ਸੱਚ ਕਿਹਾ ਹੈ ਗੁਰਬਾਣੀ ਚ। ਸੱਸਾ ਚੱਚਾ ਚੱਚੇ ਨੂੰ ਔਂਕੜ, ਉਹ ਹੈ ਹੀ ਨਾਮ ਹੈ। ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾਕਾ ਸੁਹਾਗ। ਜਿਸ ਕਿਸੇ ਨੇ ਇਹ ਨਾਮ ਰਸ, ਅੰਮ੍ਰਿਤ ਰਸ ਦਾ ਸਵਾਦ ਚਖਿਆ ਹੈ, ਉਹ ਪਰਮਾਨੈਂਟ ਚੰਗੇ ਭਾਗਾਂ ਵਾਲਾ ਬਣ ਗਿਆ। ਉਹਦੇ ਭਾਗ ਖੁੱਲ ਗਏ ਨੇ। ਹੁਣ ਅੱਜ ਦੀ ਜਿਹੜੀ ਵਿਚਾਰ ਆਪਾਂ ਸ਼ੁਰੂ ਕਰਨੀ ਹੈ, ਉਸ ਸ਼ਬਦ ਵੱਲ ਨੂੰ ਆਈਏ। ਉਹ ਸ਼ਬਦ ਕੀ ਹੈ ਸਾਡਾ ਅੱਜ? ਰਹਾਉ ਦੀ ਤੁਕ ਪਹਿਲਾਂ ਆਪਾਂ ਵਿਚਾਰੀਏ। ਕਹਿੰਦੇ ਰਾਮ ਨਾਮ ਬਿਨ ਬਿਰਥੇ ਜਗ ਜਨਮਾ। ਹੁਣ ਇੱਥੇ ਰਾਮ ਨਾਮ ਬਿਨ, ਬਿਨ ਦੇ ਨੰਨੇ ਨੂੰ ਔਂਕੜ ਹੈ। ਸਾਰੇ ਦੇਖੋ, ਇਹਨੂੰ ਇਹ ਸਮਝ ਲਓ, ਇਹ ਨਾਮ ਦੇ ਮੰਮੇ ਨੂੰ ਔਂਕੜ ਹੈ। ਕੇਵਲ ਤੇ ਕੇਵਲ ਨਾਮ, ਉਹਦੀ ਗੱਲ। ਜਦੋਂ ਨਾਮ ਬਿਨ ਹੋਊਗਾ, ਫਿਰ ਜਿਹੜਾ ਔਂਕੜ ਹੈ ਉਹ ਹਾਈਲਾਈਟਡ ਨਾਮ ਤੋਂ ਬਿਨਾਂ ਚਲੇ ਜਾਏਗਾ। ਰਾਮ ਨਾਮ ਤੋਂ ਬਿਨਾਂ ਕੀ ਹੈ? ਬਿਰਥੇ ਜਗ ਜਨਮਾ। ਕਹਿੰਦੇ ਤੂੰ ਇਸ ਜਗ ਤੇ ਆਇਆ, ਪਰ ਤੇਰਾ ਇਹ ਸਮਾਂ, ਤੇਰਾ ਇਹ ਜਨਮ ਖਰਾਬ ਹੋ ਜਾਣਾ, ਬਿਰਥਾ ਚਲੇ ਜਾਣਾ, ਵੇਸਟ ਹੋ ਜਾਣਾ। ਵਿਦਾਊਟ ਦ ਅਕਾਲ ਪੁਰਖ's name, ਨਾਮ, birth into the world is useless, ਨੇਫਲ। ਕਿਉਂ? ਕਿਉਂਕਿ ਕਹਿੰਦੇ ਬਿਨਾਂ ਨਾਮ ਤੋਂ ਬਿਖ ਖਾਵੈ, ਬਿਖ ਬੋਲੀ ਬੋਲੇ, ਬਿਨ ਨਾਮੈ ਨੇਫਲ ਮਰ ਭਰਮਨਾ। ਸੋ ਜਿਹੜਾ ਬੰਦਾ ਵਿਕਾਰਾਂ ਵਿਸ਼ਿਆਂ ਦੀ ਜ਼ਹਿਰ ਖਾਂਦਾ ਰਹਿੰਦਾ, ਵਿਕਾਰਾਂ ਵਿਸ਼ਿਆਂ ਦੀਆਂ ਨਿਤ ਗੱਲਾਂ ਕਰਦਾ ਰਹਿੰਦਾ, ਉਹ
ਨਾਮ ਤੋਂ ਖਾਲੀ ਰਹਿ ਜਾਂਦਾ। ਲੀਨੀ ਜਿਸ ਮਸਤਕ ਭਾਗ। ਹੁਣ ਇਹ ਜਿਹੜਾ ਉਦਮ ਹੈ ਆਪਣੇ ਆਪ ਨੂੰ ਇਸ ਕੰਮ ਵੱਲ ਨੂੰ ਲਾਉਣਾ, ਪ੍ਰੇਰਨਾ, ਇਹ ਆਪਾਂ ਆਪ ਕਰਨਾ, ਸਾਡੀ ਸੋਚ ਤੇ ਨਿਰਭਰ ਹੈ। ਉਹ ਕਈ ਕਹਿ ਦਿੰਦੇ ਆ ਜੀ ਉਹਦੇ ਭਾਣੇ ਚ ਹੈ, ਜੇ ਉਹ ਮਾੜੇ ਕੰਮ ਵੀ ਕਰਵਾ ਰਿਹਾ ਉਹਦੇ ਭਾਣੇ ਚ, ਠੀਕ ਹੈ, ਠੀਕ ਹੈ। ਇਹ ਉਦਮ ਨੂੰ ਭੁੱਲ ਗਏ, ਜਿਹੜਾ ਸਾਨੂੰ ਉਦਮ, ਜਿੱਦਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਰਤ ਕੀਨ, ਕਹੋ ਨਾਨਕ ਹਾਹੇ ਨੂੰ ਔਂਕੜ ਹੈ। ਨਾਨਕ ਦੇ ਘਰ ਦੇ ਨਾਮ ਨੂੰ ਕਹੋ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਏਦਾਂ ਵੀ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਏਦਾਂ ਤੁਹਾਡੀ ਅਵਸਥਾ ਆਏਗੀ ਕਿ ਤੁਸੀਂ ਨਾਮ ਤੋਂ ਬਿਨਾਂ ਨਹੀਂ ਰਹਿ ਸਕੋਗੇ। ਇੰਨਾ ਭਰੋਸਾ, ਇੰਨਾ ਇੱਕ ਅਕਾਲ ਪੁਰਖ ਨੂੰ ਮੰਨਣਾ, ਇੰਨਾ ਇੱਕ ਅਕਾਲ ਪੁਰਖ ਨਾਲ ਪਿਆਰ ਪਾਉਣਾ ਕਿ ਇੱਕ ਅਕਾਲ ਪੁਰਖ ਦੇ ਸ਼ਬਦ ਦਾ ਅਭਿਆਸ, ਨਾਮ ਦਾ ਅਭਿਆਸ ਲਗਾਤਾਰ ਅੰਦਰ ਚੱਲੇ। ਪਰ ਨਹੀਂ, ਸਾਡੇ ਭਾਗ ਨਹੀਂ ਖੁੱਲਦੇ, ਸਾਡਾ ਚੰਗਾ ਸੁਹਾਗ ਨਹੀਂ ਬਣਦਾ। ਅਸੀਂ ਕੀ ਕਰਦੇ ਹਾਂ? ਬਿਖ ਖਾਵੇ ਬਿਖ ਬੋਲੀ ਬੋਲੇ, ਬਿਨ ਨਾਵੇਂ ਨਿਫਲ ਮਰ ਭ੍ਰਮਣਾ। ਅਸੀਂ ਹੋਰਨਾਂ ਗੱਲਾਂ ਦੀ, ਵਿਸ਼ਿਆਂ ਦੀ, ਵਿਕਾਰਾਂ ਦੀ ਜ਼ਹਿਰ ਖਾਂਦੇ ਹਾਂ। ਉਹਨਾਂ ਵਿਕਾਰਾਂ ਦੀ, ਵਿਸ਼ਿਆਂ ਬਾਰੇ ਅਸੀਂ ਗੱਲਾਂ ਕਰਦੇ ਹਾਂ ਤੇ ਨਾਮ ਤੋਂ ਖਾਲੀ ਰਹਿ ਜਾਂਦੇ ਹਾਂ। ਉਹ ਫਿਰ ਸਾਡੀ ਜ਼ਿੰਦਗੀ, ਜਿਹੜਾ ਮਕਸਦ ਹੈ ਉਹ ਪੂਰਾ ਨਹੀਂ ਹੁੰਦਾ। ਅਸੀਂ ਉਹ ਜ਼ਿੰਦਗੀ ਵੇਸਟ ਕਰ ਲਈ ਹੈ। ਆਤਮਾ ਅਸੀਂ ਜਗਾਈ ਨਹੀਂ, ਆਪਣੀ ਆਤਮਾ ਨੂੰ ਅਸੀਂ ਸਵਾਈ ਰੱਖਿਆ। ਸੁੱਤੀ ਰਹੀ ਆਤਮਾ ਸਾਡੀ, ਸਾਡਾ ਅੰਦਰ ਸੁੱਤਾ ਰਿਹਾ। ਤੇ ਉਹ ਜਿਹੜੀ ਕੋਠਰੀ ਸੀ ਅੰਦਰ, ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਿਆ। ਸਾਨੂੰ ਉਹ ਕੋਠਰੀ ਦਾ ਤੇ ਕੀ ਪਤਾ ਲੱਗਣਾ ਸੀ, ਪਰਮ ਕੋਠੀ ਤੇ ਉਹਨੇ ਕੀ ਬਣਨਾ ਸੀ, ਸੁਪਰੀਮ ਚੈਂਬਰ ਤੇ ਉਹਨੇ ਕੀ ਬਣਨਾ ਸੀ, ਸਾਨੂੰ ਉਹ ਕੋਠੀ ਦਾ ਹੀ ਨਹੀਂ ਪਤਾ ਲੱਗਿਆ। ਸਾਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਪ੍ਰਮਾਤਮਾ ਸਾਡੇ ਅੰਦਰ ਹੀ ਵਸਦਾ। ਰਾਮ ਨਾਮ ਬਿਨ ਬਿਰਥੇ ਜਗ ਜਨਮਾ। ਹੁਣ ਆਓ ਇਸ ਚੀਜ਼ ਨੂੰ ਯਾਦ ਰੱਖਣਾ। ਹੁਣ ਆਪਾਂ ਇਹਦੇ, ਇਸ ਰਹਾਉ ਦੇ ਤੱਤ ਵਸਤੂ ਦੀ ਪਰਿਕਰਮਾ ਕਰੀਏ। ਹੁਣ ਜਿੱਦਾਂ ਆਪਾਂ ਨਾਰਮਲੀ ਕਰਦੇ ਹਾਂ। ਸ਼ਬਦ ਸ਼ੁਰੂ ਹੁੰਦਾ, ਕਹਿੰਦੇ ਭੈਰੋ ਮਹੱਲਾ ਪਹਿਲਾ, ਜਗਨ ਹੋਮ ਪੁੰਨ ਤਪ ਪੂਜਾ, ਦੇ ਦੁਖੀ ਨਿਤ ਦੁਖ ਸਹਿ। ਹੁਣ ਇਹ ਉਹ ਹੈ ਜਿਹੜਾ, ਕਿਉਂਕਿ ਹਾਈਲਾਈਟਡ ਹੈ, ਰਾਮ ਨਾਮ ਬਿਨ, ਜਿਹੜਾ ਬੰਦਾ ਨਾਮ ਨਹੀਂ ਜਪਦਾ, ਇਹ ਉਹਦੀ ਗੱਲ ਹੁਣ ਸ਼ੁਰੂ ਹੋਣ ਲੱਗੀ ਹੈ। ਕਹਿੰਦੇ ਉਹ ਯੱਗ ਕਰਦਾ ਹੈ, ਹਵਨ ਕਰਦਾ ਹੈ, ਪੁੰਨ ਦਾਨ ਕਰਦਾ ਹੈ, ਚੰਗੇ ਕੰਮ ਕਰ ਰਿਹਾ। ਯੱਗ ਕਰਨਾ ਸਾਡੇ ਧਰਮ ਚ ਪ੍ਰਵਾਨ ਨਹੀਂ ਕੀਤਾ, ਪਰ ਡਰ ਵੀ ਨਹੀਂ ਰੱਖਿਆ ਬਾਬੇ ਨਾਨਕ ਨੇ ਜੇ ਕਿਤੇ ਹੋ ਰਿਹਾ ਸੀ ਯੱਗ, ਕਿਉਂਕਿ ਸਾਰੇ ਲੋਕਾਂ ਨੂੰ ਜਗਾਉਣਾ ਸੀ ਬਾਬੇ ਨਾਨਕ ਨੇ। ਬਾਬੇ ਨਾਨਕ ਦਾ ਫਰਜ਼ ਸੀ ਕਿ ਲੋਕ ਜਾਗਣ, ਲੋਕ ਸਮਝਣ ਕਿ ਪ੍ਰਮਾਤਮਾ ਕਿੱਥੇ ਵਸਦਾ, ਪ੍ਰਮਾਤਮਾ ਦੀ ਪ੍ਰਾਪਤੀ ਦਾ ਰਾਹ ਕਿਹੜਾ, ਪ੍ਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ। ਹੁਣ ਇਹ ਉਹਨਾਂ ਲੋਕਾਂ ਦੀ ਗੱਲ ਕਰਨ ਲੱਗੇ ਆ ਜਿਹੜੇ ਨਾਮ ਨਹੀਂ ਸੀ ਜਪਦੇ, ਜਾਂ ਜਿਨ੍ਹਾਂ ਕੋਲ ਗਿਆਨ ਨਹੀਂ ਸੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਨਾਮ ਵੀ ਜਪਣਾ। ਕਹਿੰਦੇ ਜਗਨ ਹੋਮ ਪੁੰਨ ਤਪ ਪੂਜਾ, ਦੇ ਦੁਖੀ ਨਿਤ ਦੁਖ ਸਹਿ। ਕਹਿੰਦੇ ਯੱਗ ਹਵਨ ਪੁੰਨ ਦਾਨ ਤਪ ਪੂਜਾ, ਹੋਰ ਕਰਮ ਕੀਤਿਆਂ ਵੀ ਸਰੀਰ ਦੇਖੋ ਦੁਖੀ ਰਹਿੰਦਾ, ਦੁੱਖ ਹੀ ਸਹਾਰਦਾ। ਤੇ ਅਸੀਂ ਕੀ ਕਰਦੇ ਹਾਂ? ਅਸੀਂ ਬੜਾ ਸੈਂਸਿਟਿਵ, ਇਹ ਜਿਹੜਾ ਵਿਸ਼ਾ ਚੱਲ ਰਿਹਾ ਬੜਾ ਸੈਂਸਿਟਿਵ ਮੈਂ ਗੱਲ ਕਰਨ ਲੱਗਾ। ਸਾਡੇ ਵਾਲੇ ਕੀ ਕਹਿ ਦਿੰਦੇ ਆ ਬਈ ਇਹ ਤੇ ਯਾਰ ਰੱਬ ਦਾ ਭਾਣਾ ਹੈ, ਇਹ ਤੇ ਰੱਬ ਦਾ ਭਾਣਾ ਹੈ। ਉਹ ਪਰ ਇੰਨਾ ਪੜ੍ਹਦੇ ਹੀ ਨਹੀਂ ਵੀ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਉਹ ਇੰਨਾ ਸਮਝਦੇ ਹੀ ਨਹੀਂ ਕਿ
ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ। ਉਹ ਜੇ ਕਿਸੇ ਦੇ ਭਾਗ ਜਾਗੇ ਹੈ, ਕਿਸੇ ਨੇ ਨਾਮ ਅਭਿਆਸ ਕਰਕੇ ਇੰਨਾ ਪਰਮਾਤਮਾ ਨਾਲ ਪ੍ਰਤੀਤ ਕੀਤੀ ਹੈ, ਉਹ ਹੋਕਾ ਦੇ ਰਿਹਾ ਵੀ ਭਾਈ ਇਹ ਜੋ ਤੁਸੀਂ ਕੰਮ ਫੜਿਆ ਹੈ, ਜੋ ਤੁਸੀਂ ਇਹ ਤੋਰਾ ਸਮਝ ਰਹੇ ਹੋ ਵੀ ਏਦਾਂ ਕਰਕੇ ਤੁਹਾਨੂੰ ਰੱਬ ਮਿਲ ਜਾਣਾ, ਇੱਕ ਹੋਕਾ ਦੇ ਰਿਹਾ ਹੈ। ਕਬੀਰ ਸਾਹਿਬ ਨੇ ਹੋਕਾ ਦਿੱਤਾ, ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਇਹ ਕੋਈ ਚੰਗੇ ਭਾਗਾਂ ਵਾਲਾ ਹੋ ਜਿਹੜਾ ਉਹ ਵਸਤ ਸੰਭਾਲੂਗਾ, ਚੰਗੇ ਭਾਗਾਂ ਵਾਲਾ। ਹੁਣ ਉਹ ਭਾਗ ਜਿਹੜੇ ਹੈ ਬਣਨੇ ਕਿੱਦਾਂ ਨੇ ਸਾਡੇ, ਉਹ ਦੇਖੀਏ। ਹੁਣ ਇੱਥੇ ਗੱਲ ਹੋ ਗਈ ਕਿ ਨਾਮ ਅਭਿਆਸ ਨਹੀਂ ਕਰਦੇ, ਬਾਕੀ ਸਾਰੇ ਕੰਮ ਅਸੀਂ ਕਰੀ ਜਾਂਦੇ ਹਾਂ ਧਰਮ ਦੇ, ਜਗਨ ਹੋਮ ਪੁੰਨ ਤਪ ਪੂਜਾ, ਪਰ ਕਹਿੰਦੇ ਦੁਖੀ ਫਿਰ ਵੀ ਅਸੀਂ ਆ। ਪਰਮਾਤਮਾ ਤਾਂ ਗਰੰਟੀ ਕਰਦਾ ਵੀ ਆਨੰਦ ਆਊਗਾ, ਪਰਮਾਤਮਾ ਤਾਂ ਗਰੰਟੀ ਕਰਦਾ ਵੀ ਸੁੱਖ ਆਊਗਾ, ਪਰ ਲੇਕਿਨ ਆ ਨਹੀਂ ਰਹੇ। ਹੁਣ ਅਗਲੀ ਲਾਈਨ ਦੇ ਵਿੱਚ ਉਹਨਾਂ ਨੇ ਰਿਜ਼ਲਟ ਦੇਣਾ, ਕਹਿੰਦੇ ਰਾਮ ਨਾਮ ਬਿਨ ਮੁਕਤ ਨ ਪਾਵਸ, ਮੁਕਤ ਨਾਮ ਗੁਰਮੁਖ ਲਹੈ। ਵਿਕਾਰਾਂ ਤੋਂ, ਵਿਸ਼ਿਆਂ ਤੋਂ, ਪੈਦਾ ਹੋਏ ਦੁੱਖਾਂ ਤੋਂ ਜੇ ਮੁਕਤੀ ਚਾਹੀਦੀ ਹੈ, ਖਲਾਸੀ ਚਾਹੀਦੀ ਹੈ, ਉਹ ਬੰਦਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾਂ ਨਹੀਂ ਲੈ ਸਕਦਾ। ਰਾਮ ਨਾਮ ਬਿਨ ਮੁਕਤੀ ਨਾ ਪਾਵਸ, ਨਹੀਂ ਲੈ ਸਕਦਾ। ਇਹ ਜਿਹੜੀ ਖਲਾਸੀ ਹੈ, ਇਹ ਜਿਹੜੀ ਮੁਕਤੀ ਹੈ, ਇਹ ਗੁਰੂ ਦੀ ਸ਼ਰਨ ਚ ਪੈ ਕੇ, ਨਾਮ ਚ ਜੁੜਿਆਂ ਹੀ, ਗੁਰਮੁਖ ਸਿਸਟਮ ਦੇ ਵਿੱਚ ਆ ਕੇ ਹੀ ਮਿਲ ਸਕਦੀ ਹੈ। ਹੁਣ ਗੁਰਮੁਖ ਸਿਸਟਮ ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਇਹ ਜਿਹੜੇ ਸਰੋਤੇ ਨਾਲ ਜੁੜੇ ਨੇ ਉਹਨਾਂ ਨੂੰ ਸਮਝ ਹੈ। ਇਹ ਹੁਣ ਤੁਸੀਂ ਯਾਦ ਕਰਨਾ ਵੀ ਗੁਰਮੁਖ ਸਿਸਟਮ ਕੀ ਹੈ। ਬਾਬੇ ਨਾਨਕ ਨੇ ਸਾਨੂੰ ਰਿਜ਼ਲਟ ਦੇ ਦਿੱਤਾ, ਕਹਿੰਦੇ ਵੀ ਨਾਮ ਅਭਿਆਸ ਤੋਂ ਬਿਨਾਂ ਨਹੀਂ ਇਹ ਚੀਜ਼ ਮਿਲ ਸਕਦੀ। ਹੁਣ ਸ਼ਰਨ ਗੁਰੂ ਦੀ ਸ਼ਰਨ ਪੈਣਾ। ਰਾਮ ਨਾਮ ਬਿਨ ਮੁਕਤ ਨਾ ਪਾਵਸ, ਮੁਕਤ ਨਾਮ ਗੁਰਮੁਖੇ। ਖੱਖੇ ਨੂੰ ਸਿਹਾਰੀ ਗੁਰਮੁਖ ਲਹੈ। ਗੁਰੂ ਦੇ ਜ਼ਰੀਏ ਕਿੱਦਾਂ? ਗੁਰਮੁਖ ਸਿਸਟਮ ਚ ਆਉਣਾ ਪਊ। ਜੇਕਰ ਨਾ ਆਏ, ਜੇਕਰ ਇਹ ਗੱਲਾਂ ਨਾ ਸੁਣੀਆਂ, ਜੇਕਰ ਇਹ ਧਿਆਨ ਨਾ ਦਿੱਤਾ, ਇਹਨਾਂ ਦੇ ਪਾਠ ਹੀ ਕਰੀ ਗਏ, ਇਹਨਾਂ ਨੂੰ ਪੜ੍ਹੀ ਗਏ, ਕਿਤੇ ਉਹ ਪੜ ਗੱਡੀ ਲੱਦੀਏ ਵਾਲਾ ਕੰਮ ਨਾ ਹੋ ਜੇ। ਆਸਾ ਦੀ ਵਾਰ ਚ ਹੈ, ਪੜ ਗੱਡੀ ਲੱਦੀ ਹੈ, ਪੜ ਭਰੀਏ ਸਾਥ। ਇੰਨੀਆਂ ਪੋਥੀਆਂ ਪੜ੍ਹ ਲਈਏ, ਇੰਨਾ ਗਿਆਨ ਪੜ੍ਹ ਲਈਏ, ਜਿਨ੍ਹਾਂ ਨਾਲ ਗੱਡੀਆਂ ਦੀਆਂ ਗੱਡੀਆਂ ਭਰ ਜਾਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲੱਗ ਜਾਣ। ਪੜ ਗੱਡੀ ਲੱਦੀ ਹੈ, ਪੜ ਭਰੀਏ ਸਾਥ, ਪੜ ਬੇੜੀ ਪਾਈ ਹੈ, ਪੜ ਗੱਡੀ ਹੈ ਖਾਤ। ਜੇ ਇੰਨੀਆਂ ਪੁਸਤਕਾਂ ਪੜ੍ਹ ਲਈਏ ਜਿਨ੍ਹਾਂ ਨਾਲ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ। ਪੜ੍ਹੀਏ ਜੇਤੇ ਬਰਸ ਪੜ੍ਹੀਏ ਜੇਤੇ ਮਾਸ। ਜੇ ਪੜ ਕੇ ਸਾਲਾਂ ਦੇ ਸਾਲ ਲੰਘ ਜਾਣ, ਜੇ ਪੜ ਕੇ ਸਾਰੇ ਮਹੀਨੇ ਲੰਘ ਜਾਣ। ਪੜ੍ਹੀਏ ਛੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਜੇ ਧਾਰਮਿਕ ਪੁਸਤਕਾਂ ਪੜ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਪੜ ਕੇ ਉਮਰ ਦੇ ਸਾਰੇ ਸਵਾਸ ਬਿਤਾਏ ਜਾਣ, ਤਾਂ ਵੀ ਰੱਬ ਦੀ ਦਰਗਾਹ ਚੋਂ ਕੁਝ ਪ੍ਰਵਾਨ ਨਹੀਂ ਹੋਣਾ। ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਕਿਉਂ? ਆ ਲਓ ਹੁਣ ਰਿਜ਼ਲਟ ਆਉਣ ਲੱਗਾ, ਹੁਣ ਨਤੀਜਾ ਆਉਣ ਲੱਗਾ। ਕਹਿੰਦੇ ਨਾਨਕ ਲੇਖੈ ਇੱਕ ਗੱਲ ਹੋਰ, ਹਉਮੈ ਝਖਣਾ ਝਾਕ। ਕਹਿੰਦੇ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਕੇਵਲ ਅਕਾਲ ਪੁਰਖ ਦੇ ਨਾਮ ਦੀ ਸਿਫਤ ਸਲਾਹ ਕਬੂਲ ਹੁੰਦੀ ਹੈ। ਤੇ ਜੇਕਰ ਤੁਸੀਂ ਉਸ ਰਾਹ ਤੇ ਚੱਲਦਿਆਂ, ਧਰਮ ਦੇ ਰਸਤੇ ਤੇ ਚੱਲਦਿਆਂ ਨਾਮ ਤੋਂ ਵਾਂਝੇ ਰਹਿ ਜਾਂਦੇ ਹੋ, ਬਾਕੀ ਕੰਮ ਕਰੀ ਜਾਂਦੇ ਹੋ, ਵਿਅਰਥ ਚਲੇ ਜਾਣੇ ਆ। ਕਿਉਂ? ਨਾਨਕ ਲੇਖੈ ਇੱਕ ਗੱਲ। ਨਾਨਕ ਜੋਤ ਕਹਿੰਦੀ ਹੈ ਲੇਖੇ ਦੇ ਵਿੱਚ ਇੱਕੋ ਗੱਲ ਪੈਣੀ ਹੈ, ਹੋਰ ਹਉਮੈ ਝਖਣਾ ਝਾਕ। ਹੋਰ ਕੋਈ ਗੱਲ ਲੇਖੇ ਚ ਨਹੀਂ ਆਉਣੀ।
ਆ ਜਾਓ ਫਿਰ ਰਹਾਓ ਤੇ, ਆਪਣੇ ਘਰ ਨੂੰ ਪਰਤ ਕੇ ਆਓ। ਸ਼ਬਦ ਦਾ ਜਿਹੜਾ ਗਿਆਨ ਹੈ ਉਹ ਆਪਣੇ ਐਕਸਟ੍ਰੈਕਟ ਤੇ, ਆਪਣੇ ਤੱਤ ਤੇ ਪਰਤ ਕੇ ਆ ਰਿਹਾ। ਕਹਿੰਦੇ ਰਾਮ ਨਾਮ ਬਿਨ ਬਿਰਥੇ ਜਗ ਜਨਮਾ। ਕਹਿੰਦੇ ਨਾਮ ਨਾ ਜਪਿਆ ਜਨਮ ਗਵਾ ਲੇਗਾ ਆਪਣਾ। ਆਹੀ ਕੰਮ ਕਰੇਗਾ, ਬਿਖ ਖਾਵੇ ਜ਼ਹਿਰ ਹੀ ਖਾਏਗਾ। ਬਿਖ ਬੋਲੀ ਬੋਲੇ, ਜ਼ਹਿਰ ਵਾਲੀ ਬੋਲੀ ਬੋਲੇਗਾ। ਬਿਨ ਨਾਵੇਂ ਨਿਫਲ ਮਰ ਭਰਮਣਾ। ਤੇ ਕਹਿੰਦੇ ਨਾਮ ਤੋਂ ਬਿਨਾਂ ਕਿਸੇ ਫਲ ਤੋਂ ਏਦਾਂ ਹੀ ਭਰਮ ਦਾ ਮਰ ਜਾਏਗਾ। ਮਾਣੂ ਘੱਲੇ ਉੱਠੀ ਚੱਲੇ, ਸਾਧ ਨਾਹੀ ਇਵੇਂ ਹੀ ਕੱਲੇ। ਬੰਦਿਆ ਤੈਨੂੰ ਭੇਜਿਆ ਸੀ, ਤੂੰ ਓਦਾਂ ਹੀ ਵਾਪਸ ਚਲਾ ਗਿਆ ਪਰਮਾਤਮਾ ਨੂੰ ਮਿਲੇ ਤੋਂ ਬਗੈਰ। ਕਿੰਨੇ ਪਿਆਰ ਦੇ ਵਿੱਚ ਗੁਰੂ ਫਰਮਾਉਂਦੇ ਆ, ਕਹਿੰਦੇ ਸਾਧ ਨਾਹੀ ਇਵੇਂ ਹੀ ਗੱਲੇ। ਕਹਿੰਦੇ ਯਾਰ ਸਵਾਦ ਨਹੀਂ ਆਇਆ, ਤੈਨੂੰ ਇੰਨਾ ਵਡਮੁੱਲਾ ਜਨਮ ਦੇ ਕੇ ਭੇਜਿਆ, ਆਪਣਾ ਰੂਪ ਤੈਨੂੰ ਦੇ ਕੇ ਭੇਜਿਆ। ਸਲੈਂਗ ਬੋਲੀ ਚ ਕਹਿੰਦੇ ਸਾਧ ਨਾਹੀ ਇਵੇਂ ਹੀ ਗੱਲੇ, ਤੂੰ ਓਦਾਂ ਹੀ ਵਾਪਸ ਆ ਗਿਆ। ਕਹਿੰਦੇ ਕੋਈ ਸਵਾਦ ਨਹੀਂ ਆਇਆ। ਹੋਰ ਅੱਗੇ ਚਲੀ, ਇਹ ਹੁਣ ਨੰਬਰ 2 ਦੀ ਲਾਈਨ ਆਉਣ ਲੱਗੀ ਆ ਅੱਗੇ। ਸਾਡਾ ਨੰਬਰ ਪਹਿਲਾ ਪੂਰਾ ਹੋ ਗਿਆ। ਜਗਨ ਹੋਮ ਪੁੰਨ ਤਪ ਪੂਜਾ ਦੇ ਦੁਖੀ ਨਿਤ ਦੁਖ ਸਹਿ। ਰਾਮ ਨਾਮ ਬਿਨ ਮੁਕਤ ਨਾ ਪਾਵਸ, ਮੁਕਤ ਨਾਮ ਗੁਰਮੁਖ ਲਹੈ। ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਬਿਖ ਖਾਵੇ ਬਿਖ ਬੋਲੀ ਬੋਲੇ। ਬਿਨ ਨਾਵੇਂ ਨਿਫਲ ਮਰ ਭਰਮਣਾ। ਰਹਾਓ ਬੜਾ ਜ਼ਰੂਰੀ ਹੈ। ਕੋਈ ਕੀਰਤਨੀਆ, ਕੋਈ ਰਾਗੀ, ਵੱਡੇ ਤੋਂ ਵੱਡੇ ਮਰਿਆਦਾ ਦੇ ਪੁਰਸ਼ੋਤਮ ਇਹ ਸ਼ਬਦ ਨਹੀਂ ਬੋਲਦੇ ਰਹਾਓ। ਨਾ ਕੀਰਤਨ ਗਾਉਣ ਲੱਗਿਆ, ਨਾ ਵੈਸੇ ਗਿਆਨ ਦੀ ਸਾਂਝ ਪਾਉਣ ਲੱਗਿਆ। ਇਹ ਰਹਾਓ ਦਾ ਸਿਸਟਮ ਜਿਹੜਾ ਸਾਡੇ ਬ੍ਰਹਮ ਗਿਆਨ ਦਾ ਬੜਾ ਹੀ ਖੂਬਸੂਰਤ ਔਰ ਇੱਕ ਮੁੱਖ ਹਿੱਸਾ ਹੈ, ਉਹ ਨਹੀਂ ਵਿਚਾਰਦੇ। ਹੁਣ ਰਹਾਓ ਤੋਂ ਅੱਗੇ ਚਲੀਏ। ਇੱਕ ਹੋਰ ਗੱਲ ਮੈਂ ਪਹਿਲਾਂ ਵੀ ਕਈ ਵਾਰੀ ਰਿਪੀਟ ਕੀਤੀ ਹੈ, ਮੈਂ ਫੇਰ ਰਿਪੀਟ ਕਰਦਾ ਵੀ ਰਹਾਓ ਬੜਾ ਇੰਪੋਰਟੈਂਟ ਹੈ, ਤੱਤ ਵਸਤੂ ਹੈ, ਅਸੀਂ ਸਾਰੇ ਜਾਣਦੇ ਹਾਂ। ਹੁਣ ਜਿਹੜੀਆਂ ਰਹਾਓ ਦੇ ਉੱਤੇ ਤੁਕਾਂ ਆਉਣਗੀਆਂ ਉਹ ਵੀ ਬੜੀਆਂ ਇੰਪੋਰਟੈਂਟ ਹੋਣਗੀਆਂ। ਕੀ ਨਤੀਜਾ ਨਿਕਲਦਾ ਉਹ ਚ? ਰਾਮ ਨਾਮ ਬਿਨ ਮੁਕਤ ਨਾ ਪਾਵਸ, ਮੁਕਤ ਨਾਮ ਗੁਰਮੁਖ ਲਹੈ। ਗੁਰੂ ਦੇ ਗੁਰਮੁਖ ਸਿਸਟਮ ਚ ਆ ਕੇ ਉਹ ਵਸਤੂ ਹਾਸਲ ਹੁੰਦੀ ਹੈ। ਹੁਣ ਅੱਗੇ ਦੇਖੀਏ, ਹੁਣ ਅੱਗੇ ਕੀ ਪਟਾਕਾ ਪਾਉਂਦੇ ਬਾਬਾ ਨਾਨਕ, ਕੀ ਗਿਆਨ ਦਿੰਦੇ ਆ। ਕਹਿੰਦੇ ਪੁਸਤਕ ਪਾਠ ਵਿਆਕਰਣ ਵਖਾਣੈ, ਸੰਧਿਆ ਕਰਮ ਤੇ ਕਾਲ ਕਰੈ। ਹੁਣ ਕਹਿੰਦੇ ਵੀ ਪੁਸਤਕਾਂ ਦੇ ਪਾਠ ਵਿਆਕਰਣ ਘੇਰ ਕੇ ਕਲਾਸਾਂ ਲਾ ਕੇ ਵਿਆਕਰਣ ਸਮਝਾਏ ਜਾ ਰਹੇ ਆ। ਵਿਦਿਆਰਥੀ ਲੱਭ ਕੇ ਉਹਨਾਂ ਨੂੰ ਵਿਆਕਰਣ ਸਿਖਾਇਆ ਜਾ ਰਿਹਾ। 3 ਵੇਲੇ ਹਰ ਰੋਜ਼ ਇੱਕ ਨੇਮ ਬੰਨ ਦਿੱਤਾ, ਇੱਕ ਨਿਤਨੇਮ ਦੇ ਦਿੱਤਾ ਉਹਨਾਂ ਨੂੰ ਕਿ ਇੰਨੇ ਵਜੇ ਆ ਕਰਨਾ ਹੈ, ਇੰਨੇ ਵਜੇ ਆ ਕਰਨਾ ਹੈ, ਇੰਨੇ ਵਜੇ ਆ ਕਰਨਾ ਹੈ। ਕਹਿੰਦੇ ਸੰਧਿਆ ਕਰਮ ਤਿਕਾਲ ਕਰੈ। 3 ਵੇਲੇ ਜਿਹੜੇ ਆ ਸੰਧਿਆ ਕਰਮ ਕਰਨੇ ਆ, 3 ਵੇਲੇ ਦੇ ਸੰਧਿਆ ਕਰਮ। ਇੱਕ ਉਹਨਾਂ ਨੂੰ ਸਿਸਟਮ ਬਣਾ ਕੇ ਦੇ ਦਿੱਤਾ ਵੀ ਤੂੰ ਸਵੇਰੇ ਆ ਕਰਨਾ, ਦੁਪਹਿਰੇ ਆ ਕਰਨਾ, ਸ਼ਾਮ ਨੂੰ ਆ ਕਰਨਾ, ਜਾਂ ਸਵੇਰੇ ਆ ਕਰਨਾ, ਸ਼ਾਮ ਨੂੰ ਆ ਕਰਨਾ, ਸੌਣ ਲੱਗਿਆ ਆ ਕਰਨਾ। ਇੱਕ ਸਿਸਟਮ ਬਣਾ ਕੇ ਦਿੱਤਾ। ਇਹ ਕਿਤੇੋਂ ਬਾਹਰੋਂ ਨਹੀਂ ਅਸੀਂ ਗੱਲਾਂ ਲੈ ਰਹੇ, ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੰਮ ਨਹੀਂ ਆ। ਸਾਡਾ ਤਾਂ ਵਸਤੂ ਦੀ ਸਾਂਝ ਪਾਉਣਾ ਹੈ ਕੰਮ। ਲੀਨੀ ਜਿਸ ਮਸਤਕ ਭਾਗ, ਜਿਹਦੇ ਭਾਗ ਚੰਗੇ ਹੋਣਗੇ ਉਹ ਇਹ ਵਸਤੂ ਸੰਭਾਲ ਲੂ। ਗਿਆਨੀ ਲੋਕ ਕੀ ਕਰਦੇ ਆ, ਉਹ ਪਾਠ ਕਰਾਉਂਦੇ ਆ ਪੁਸਤਕਾਂ ਤੋਂ ਬਹਿ ਕੇ। ਫਿਰ ਉਹ ਵਿਆਕਰਣ ਦੱਸਦੇ ਆ ਵੀ ਇਹਨੂੰ ਆ ਅਸੂਲ ਲੱਗੂਗਾ ਤੇ ਇਹਦਾ ਮੇਨਾ ਆ ਬਣ ਜੂਗਾ, ਇਹਨੂੰ ਆ ਲੱਗੂਗਾ ਤੇ ਆ ਬਣ ਜੂ। ਕਰਦੇ ਨੀ ਜਿੱਦਾਂ ਅਸੀਂ ਵੀ ਕਰਦੇ ਨੀ ਆਪਾਂ ਵੀ ਔਂਕੜ ਜੀ ਸਿਆਰੀ ਹੈ, ਇਹ
ਕੀ ਹੁਣੇ ਕੀ ਵਿਆਕਰਣ ਤੇ ਬਹੁਤ ਵਾਸਟ ਵਿਸ਼ਾ ਹੈ। ਜੇਕਰ ਤੁਸੀਂ ਬੋਲੀ ਦੀ ਲੈਣੀ ਹੈ, ਇਹ ਗੁਰਬਾਣੀ ਕੀ ਸਮਝਦੇ ਆ ਵੀ ਇਹ ਵਿਆਕਰਣ ਦੇ ਵਿੱਚ ਬੰਨੀ ਹੋਈ ਆ। ਜੇ ਵਿਆਕਰਣ ਇੰਨਾ ਜ਼ਰੂਰੀ ਹੁੰਦਾ, ਗੁਰੂ ਸਾਹਿਬ ਆਪ ਨਾ ਲਿਖ ਦਿੰਦੇ। ਉਹ ਸਮਰੱਥ ਗੁਰੂ ਸੀ, ਸਾਡੇ ਤੋਂ ਕਿਉਂ ਲੁਕਾਉਣਾ ਸੀ ਉਹਨਾਂ ਨੇ? ਹਰ ਚੀਜ਼ ਤਾਂ ਖੋਲ ਕੇ ਰੱਖ ਦਿੱਤੀ ਸਾਡੇ ਅੱਗੇ, ਹਰ ਗੱਲ ਬ੍ਰਹਮ ਗਿਆਨ ਦੇ ਵਿੱਚ ਉਹਨਾਂ ਨੇ ਕੀਤੀ ਹੈ। ਤੇ ਇਹ ਨਹੀਂ ਸੀ ਕਰਨਾ ਵੀ ਅਖੀਰ ਤੇ ਦੱਸ ਦਿੰਦੇ ਵੀ ਭਾਈ ਤੁਹਾਨੂੰ ਵਿਆਕਰਣ ਪੜ੍ਹਨਾ ਪੈਣਾ ਹੈ, ਮੇਰੇ ਤੋਂ ਬਾਅਦ ਇਹ ਪੰਜਾਬੀ ਦੇ ਅਧਿਆਪਕ ਆਉਣਗੇ, ਪੰਜਾਬੀ ਯੂਨੀਵਰਸਿਟੀ ਵਾਲੇ, ਤੇ ਉਹ ਵਿਆਕਰਣ ਛਾਪਣਗੇ ਤੇ ਉਹਨਾਂ ਨੂੰ ਤੁਸੀਂ ਪੜ੍ਹਨਾ, ਉਹ ਬਹੁਤ ਜ਼ਰੂਰੀ ਹੋਣੀ ਆ। ਏਦਾਂ ਨਾ ਲਿਖਦੇ। ਕਮਾਲ ਕੀਤੀ ਪਈ ਆ, ਇੰਨਾ ਵਿਆਕਰਣ ਲਿਖਿਆ, ਇੰਨੀਆਂ ਪੁਸਤਕਾਂ, ਔਰ ਸਾਰੇ ਤਕਰੀਬਨ ਸਾਰੇ ਵੱਖਰੇ ਵੱਖਰੇ ਅਸੂਲ ਦੱਸਦੇ ਆ ਸਾਨੂੰ। ਸਭ ਦੇ ਵੱਖਰੇ ਵੱਖਰੇ ਨਹੀਂ ਜੀ, ਇਹ ਏਦਾਂ ਨਹੀਂ ਜੀ, ਏਦਾਂ। ਉਹ ਫਿਰ 5-5 ਮਹੀਨੇ ਕੱਢਦੇ ਆ, ਕਹਿੰਦੇ ਏਦਾਂ ਵੀ ਹੋ ਸਕਦਾ, ਏਦਾਂ ਵੀ ਹੋ ਸਕਦਾ, ਏਦਾਂ ਵੀ ਹੋ ਸਕਦਾ। ਪਰ ਅਸੀਂ ਤੇ ਇੱਕੋ ਗੱਲ ਕਰਨੀ ਹੈ ਵੀ ਨਾਨਕ ਲਿਖਿਆ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਤੂੰ ਪੜ੍ਹੀ ਜਾ ਕਿਤਾਬਾਂ, ਤੂੰ ਪੜ੍ਹੀ ਜਾ ਵਿਆਕਰਣ। ਕਿਉਂ ਗੱਲ ਸਹੀ ਨਹੀਂ ਹੈ? ਇਹਦੀ ਵਿਚਾਰ ਕਰਨੀ ਆਪਾਂ ਬਾਅਦ ਚ, ਹੁਣ ਡਿਸਕਸ਼ਨ ਕਰਾਂਗੇ ਇਹਦੀ। ਇਹ ਤੇ ਸਵਾਲ ਕਰੋ ਤਿਆਰ ਆਪਣੇ। ਜੇ ਕੋਈ ਵਿਚਾਰ ਦੇਣਾ ਸਵਾਲ ਨਹੀਂ ਹੈ ਤੇ ਉਹ ਵਿਚਾਰ ਵੀ ਦਿਓ, ਸਾਂਝੇ ਰੱਖੋ। ਮੈਂ ਵੀ ਦੇਖਾਂ ਵੀ ਤੁਸੀਂ ਕਿੰਨਾ ਕੁ ਅਡਾਪਟ ਕੀਤਾ ਸਿਸਟਮ, ਜਿਹਦੀ ਆਪਾਂ 2-2.5 ਸਾਲ ਤੋਂ ਹੋਕਾ ਦਿੰਦੇ ਆ ਰਹੇ ਆ। ਪੁਸਤਕ ਪਾਠ ਵਿਆਕਰਣ ਵਿਖਾਣਾ, ਸੰਧਿਆ ਕਰਮ ਤਿਕਾਲ ਕਰੇ। ਇਹ ਹੁੰਦਾ ਪੂਜਾ ਦੇ ਕੰਮ। ਸੰਧਿਆ ਜਿਹੜੇ ਕੰਮ ਹੈ ਨਾ, ਸੰਧਿਆ ਕਰਮ, ਇਹ ਵੀ ਪੂਜਾ ਏਦਾਂ ਕਰਨੀ ਹੈ, ਇਸ ਵੇਲੇ ਕਰਨੀ ਆ। ਤਿਕਾਲ ਮਤਲਬ 3 ਵਾਰੀ। ਉਹਨਾਂ ਦਾ ਜਿਹੜਾ ਜੋ ਰੂਟੀਨ ਸੀ ਉਸ ਵੇਲੇ, ਬਾਬੇ ਨਾਨਕ ਨੇ ਦੇਖਿਆ ਵੀ ਇਹ ਲੋਕਾਂ ਨੂੰ ਤਾਂ ਪਾਗਲ ਬਣਾਈ ਜਾਂਦੇ ਆ। ਸਨਾਤਨੀ, ਜਿਨ੍ਹਾਂ ਨੂੰ ਅੱਜ ਕੱਲ ਹਿੰਦੂ ਕਹਿ ਦਿੰਦੇ ਆ, ਇਹ ਲੋਕਾਂ ਨੂੰ ਪਾਗਲ ਬਣਾਉਂਦੇ ਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਹੀਂ, ਫਿਰੇ ਜਿਉ ਬੇਤਾਲਿਆ। ਇਹ ਵੇਦਾਂ ਚ ਨਾਮ ਦੀ ਗੱਲ ਕੀਤੀ ਗਈ ਆ, ਉਹ ਨਹੀਂ ਸੁਣਦੇ। ਲੇਕਿਨ ਇਹ ਮਰਿਆਦਾ ਨੂੰ ਮੁੱਖ ਬਣਾ ਕੇ ਬੈਠੇ ਆ ਵੀ ਤੂੰ ਸਵੇਰੇ ਆਹ ਪੜ੍ਹਨਾ, ਦੁਪਹਿਰ ਨੂੰ ਆਹ ਪੜ੍ਹਨਾ, ਸ਼ਾਮ ਨੂੰ ਆਹ ਪੜ੍ਹਨਾ, ਸੌਣ ਲੱਗਿਆਂ ਆਹ ਕਰਨਾ। ਕਮਾਲ ਹੋ ਗਈ। ਗੁਰੂ ਨੂੰ ਤੇ ਫਿਰ ਤੁਸੀਂ ਸੁਣਿਆ ਹੀ ਨਹੀਂ, ਗੁਰੂ ਨੂੰ ਤੇ ਗਿਆਨ ਨੂੰ ਤੇ ਫਿਰ ਤੁਸੀਂ ਸਮਝਿਆ ਹੀ ਨਹੀਂ। ਹੋਰ ਅੱਗੇ ਬਾਬਾ ਨਾਨਕ ਕੀ ਕਹਿੰਦਾ? ਕਹਿੰਦਾ ਬਿਨ ਗੁਰ ਸ਼ਬਦ, ਪੜ੍ਹ ਲਓ, ਸਕਰੀਨ ਤੇ ਦਰਸ਼ਨ ਕਰੋ। ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੈ। ਇਹੀ ਕਨਫਿਊਜ਼ਨ ਪੈਦਾ ਹੋਇਆ ਰਹਿਣਾ ਤੇਰੇ ਅੰਦਰ ਵੀ ਆ ਵੀ ਪੁਸਤਕ ਪੜ੍ਹ ਲਾਂ, ਆ ਵੀ ਵਿਆਕਰਣ ਪੜ੍ਹ ਲਾਂ, ਆ ਵੀ ਅਸੂਲ ਮੈਂ ਸਿੱਖ ਲਾਂ, ਆ ਵੀ ਸਿੱਖ ਲਾਂ। ਉਹ ਕੋਈ ਅਸੂਲ ਸਿੱਖਣਾ ਹੀ ਨਹੀਂ। ਅਸੀਂ ਇਹੀ ਅਸੂਲ ਸਿੱਖਣਾ ਵੀ ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਕੀਸ। ਇਸੇ ਰਾਹ ਤੇ ਤੇਰੀ ਇੱਜ਼ਤ ਹੋਣੀ ਹੈ, ਇਸੇ ਰਾਹ ਤੋਂ ਤੇਰੀ, ਇਸੇ ਰਾਹ ਤੇ ਚੱਲਦਿਆਂ ਤੇਰੀ ਅਵਸਥਾ ਉੱਚੀ ਹੋਣੀ ਹੈ। ਪਵੜੀਆਂ ਚੜੀ ਹੈ। ਹੁਣ ਪਾਠ ਕਰਨ ਲੱਗਿਆ, ਏਤ ਰਾਹੇ ਪਤ ਪਵੜੀਆ ਚੜੀਆ ਹੋਏ ਕੀਸ। ਕਿੱਧਰ ਨੂੰ ਚੜਨਾ ਬਈ? ਏਤਰਾ ਪਤ ਪਵੜੀ ਚੜੀਆ ਹੋਏ ਕੀਸ। ਓਏ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਕੀਸ। ਅਕਾਲ ਪੁਰਖ ਨਾਲ ਇੱਕ ਮਿੱਕ ਹੋ ਜਾਓਗੇ। ਜਿਉਂ ਜੋ ਰਾਮ ਕਹੇ ਜਨ ਉੱਚੇ, ਆਹੀ ਹੈ ਪੌੜੀਆਂ ਚੜ੍ਹਨੀਆਂ। ਅਵਸਥਾ ਬਣਨੀ ਸ਼ੁਰੂ ਹੋਏਗੀ ਤੇ ਐਸੀ ਅਵਸਥਾ ਆ ਜਾਣੀ ਹੈ ਕਿ ਉਹ ਅਕਾਲ ਪੁਰਖ ਦੇ ਵਿੱਚ ਹੀ ਸਮਾ ਜਾਣਾ, ਇੱਕ ਮਿੱਕ ਹੋ ਜਾਣਾ। ਪਰ ਨਹੀਂ, ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਇਹ ਭਾਗਾਂ ਨੂੰ ਜਗਾਓ। ਇਹ ਹਰੇਕ ਦੇ ਵੱਸ ਦੀ ਗੱਲ ਹੈ। ਜਿਹੜਾ ਵੀ ਬੰਦੇ ਦੇ ਜਾਮੇ ਚ ਆਇਆ ਇੱਥੇ ਸੰਸਾਰ ਚ, ਉਹ ਇਹ ਕੰਮ ਕਰ ਸਕਦਾ, ਉਹ ਪ੍ਰਮਾਤਮਾ ਦੀ ਪ੍ਰਾਪਤੀ ਤੱਕ ਜਾ ਸਕਦਾ। ਪ੍ਰਮਾਤਮਾ ਨੇ ਇੰਨਾ ਏਬਲ ਬਣਾਇਆ ਬੰਦੇ ਨੂੰ। ਜਹਾਜ਼ ਬਣ ਗਏ, ਉਹ ਕਿੱਥੇ ਪੁਲਾੜ ਤੱਕ ਉਹਨਾਂ ਨੇ ਮਾਰ ਲਈ। ਇੰਨੀ ਖੋਜਾਂ ਕਰ ਕਰਕੇ ਬੰਦੇ ਦਾ ਦਿਮਾਗ ਹੀ ਆ। ਰੱਬ ਵਾਲੇ ਬੰਦੇ ਨੂੰ ਚੱਲਦੇ ਨਹੀਂ, ਰੱਬ ਵਾਲੇ ਬੰਦੇ ਨੂੰ ਸੋਚਦੇ ਨਹੀਂ। ਉਹ ਫਿਰ ਇੰਨਾ ਕ੍ਰੀਏਸ਼ਨ ਕਰ ਕਰਕੇ, ਇੰਨੀਆਂ ਟੈਕਨੋਲੋਜੀ ਚ ਪੈ ਕੇ ਕਹਿੰਦੇ ਵੀ ਤੇ ਅਸੀਂ ਕੀਤਾ। ਉਹ ਤੁਸੀਂ ਤਾਂ ਕੀਤਾ ਜੇ ਪ੍ਰਮਾਤਮਾ ਨੇ ਤੁਹਾਨੂੰ ਇੰਨਾ ਸੁੰਦਰ ਦਿਮਾਗ ਵਿੱਚ ਪਾ ਕੇ ਭੇਜਿਆ। ਕ੍ਰੀਏਸ਼ਨ ਜਾਓ ਕਰਕੇ ਦੱਸ ਦਿਓ, ਦਿਮਾਗ ਕੱਢ ਕੇ ਉਹਦੇ ਵਰਗਾ ਦਿਮਾਗ ਬਣਾ ਕੇ ਦੱਸ ਦਿਓ। ਟੈਕਨੋਲੋਜੀ ਸਾਰਾ ਕੁਝ ਹੋ ਜਾਊਗਾ, ਪਰ ਇਹ ਸਿਸਟਮ ਜਿਹੜਾ
ਬੰਦੇ ਦੇ ਅੰਦਰ ਨਿੱਕੀ ਜੀ ਹਵਾ ਪਾ ਕੇ ਉਹਨੇ ਚਲਾਇਆ, ਪ੍ਰਾਣ ਪਾ ਕੇ ਅਕਾਲ ਪੁਰਖ ਨੇ ਚਲਾਇਆ ਸਿਸਟਮ, ਇਹ ਨਹੀਂ ਕਦੇ ਬਣੂਗਾ। ਚਲੋ ਆਪਾਂ ਇੱਧਰ ਨੂੰ ਆਈਏ। ਪੁਸਤਕ ਪਾਠ ਵਿਆਕਰਣ ਵਿਖਾਣਾ, ਸੰਧਿਆ ਕਰਮ ਤੇ ਕਾਲ ਕਰੈ। ਲਓ ਜੀ, ਵਿਆਕਰਣ ਐਕਸਪਲੇਨ ਕਰੀ ਜਾਂਦੇ ਆ, ਦੱਸੀ ਜਾਂਦੇ ਆ ਵੀ ਸਵੇਰੇ ਸ਼ਾਮ ਦੁਪਹਿਰੇ ਰਾਤ ਸੌਣ ਲੱਗੇ ਆਹ ਕੰਮ ਕਰੀ ਜਾਣੇ ਆ। ਪਰ ਬਾਬਾ ਨਾਨਕ ਕੀ ਕਹਿੰਦਾ, ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ। ਕਹਿੰਦੇ ਕਿੱਥੋਂ ਮੁਕਤੀ ਲੈ ਲੇਗਾ? ਨਾਮ ਪਦਾਰਥ ਦੀ ਗੱਲ ਨਹੀਂ ਹੈ, ਮੁਕਤੀ ਦੀ ਗੱਲ ਹੋ ਰਹੀ ਹੈ ਜੀ, ਤੀਜੇ ਸਟੈਪ ਦੀ, ਤੀਜੇ ਪਦਾਰਥ ਦੀ। ਜਨਮ, ਗਿਆਨ, ਮੁਕਤ, ਫਿਰ ਨਾਮ। ਕਹਿੰਦੇ ਸ਼ਬਦ ਤੋਂ ਬਿਨਾਂ ਮੁਕਤੀ ਨਹੀਂ ਹਾਸਲ ਕਰ ਸਕਦਾ, ਤੇ ਨਾਮ ਤੋਂ ਬਿਨਾਂ ਕਨਫਿਊਜ਼ਡ ਰਹੇਗਾ। ਕਨਫਿਊਜ਼ਡ ਕਿਉਂ? ਕਿਉਂ ਕਨਫਿਊਜ਼ਡ ਰਹੇਗਾ ਤੂੰ? ਕਹਿੰਦੇ ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਬਿਖ ਖਾਵੇ ਬਿਖ ਬੋਲੀ ਬੋਲੇ, ਬਿਨ ਨਾਮੇ ਨਿਫਲ ਮਰ ਭ੍ਰਮਣਾ। ਕਹਿੰਦੇ ਜ਼ਹਿਰ ਹੀ ਖਾਏਗਾ, ਜ਼ਹਿਰ ਹੀ ਬੋਲੇਗਾ, ਔਰ ਏਦਾਂ ਹੀ ਬਿਨਾਂ ਕਿਸੇ ਫਲ ਤੋਂ ਭੌਂਦਾ ਰਹੇਗਾ, ਭਟਕਦਾ ਰਹੇਗਾ। ਹੋਰ ਅੱਗੇ ਚਲੀਏ, ਤੀਜਾ ਸਟੈਪ। ਕਹਿੰਦੇ ਡੰਡ ਕਮੰਡਲ ਸ਼ਿਖਾ ਸੂਤ ਧੋਤੀ, ਤੀਰਥ ਗਵਨ ਅਤ ਭ੍ਰਮਣ ਕਰੈ। ਓਹੋ, ਕਈ ਹਟਦੇ ਨਹੀਂ, ਫਿਰ ਕਈ ਨਹੀਂ ਹਟਦੇ। ਉਹ ਫਿਰ ਕੀ ਕਰਦੇ ਆ, ਜਿੱਦਾਂ ਜੋਗੀ ਹੱਥ 'ਚ ਨਹੀਂ ਫੜਦੇ ਡੰਡਾ, ਖੱਪਰ, ਜਿਹਦੇ ਚੋਂ ਸਾਰਾ ਕੁਝ ਹੀ ਪਵਾਈ ਜਾਂਦਾ। ਉਹ ਇੱਕ ਉਹ ਖੱਪਰ ਕਹਿੰਦੇ ਉਹਨੂੰ, ਜਿਹੜਾ ਜਿਹਨੂੰ ਬੈਗਿੰਗ ਬਾਲਸ, ਉਹ ਕਟੋਰਾ ਜਾਂ ਜਿਹਨੂੰ ਏਦਾਂ ਸਮਝ ਲਓ, ਉਹਦੇ 'ਚ ਸਾਰਾ ਕੁਝ ਪਵਾਈ ਜਾਣਾ। ਕਿਸੇ ਨੇ ਦਾਲ ਦਿੱਤੀ, ਉਹਦੇ 'ਚ ਪਵਾ ਲਈ, ਚੌਲ ਦਿੱਤੇ, ਉਹਦੇ 'ਚ ਪਵਾ ਲਏ, ਆਟਾ ਦਿੱਤਾ, ਉਹ 'ਚ ਹੀ ਪਾ ਲਿਆ, ਮੁੜ ਕੇ ਉਹਨੂੰ ਖਾਣਾ ਫਿਰ ਬਹਿ ਕੇ। ਇਹ ਜੋਗੀਆਂ ਦੇ ਕੰਮ ਹੁੰਦੇ ਸੀ। ਕਹਿੰਦੇ ਡੰਡਾ ਫੜ ਲਿਆ, ਖੱਪਰ ਫੜ ਲਿਆ। ਬਾਹਮਣ ਕੀ ਕਰਦਾ ਸੀ? ਕਿਉਂਕਿ ਇਹ ਕੰਮ ਹੀ ਉਹਨਾਂ ਦਾ, ਹੁਣ ਕਹਿਣ ਤੋਂ ਡਰਨਾ ਥੋੜੀ ਆ। ਅਸੀਂ ਬਾਬੇ ਨਾਨਕ ਨੇ ਕਿਹਾ ਤੇ ਅਸੀਂ ਫਿਰ ਬਾਬੇ ਨਾਨਕ ਦੇ ਨਕਸ਼ੇ ਕਦਮ ਫੜਨੇ ਆ। ਸ਼ਿਖਾ, ਸ਼ਿਖਾ ਇੱਕ ਐਨ ਸਿਰ ਦੇ ਵਿਚਕਾਰ ਐਨ ਉਹ ਬੋਦੀ ਜੀ ਰੱਖਦੇ ਸੀ ਪਿੱਛੇ ਨੂੰ, ਉਹ ਨਹੀਂ ਸੀ ਕੱਟਦੇ, ਬਾਕੀ ਸਾਰਾ ਮੁੰਨ ਲੈਂਦੇ ਸੀ। ਉਹਨੂੰ ਕਹਿੰਦੇ ਸੀ ਸ਼ਿਖਾ। ਹੋਰ ਅਜੇ ਗੱਲ ਆਉਣੀ ਅੱਗੇ, ਦੇਖਿਓ ਕੀ ਲਿਖਣਾ ਬਾਬੇ ਨਾਨਕ ਨੇ। ਕਹਿੰਦੇ ਡੰਡਾ ਫੜ ਲੈਂਦੇ ਸੀ ਹੱਥ 'ਚ, ਖੱਪਰ ਫੜ ਲੈਂਦੇ ਸੀ, ਬੋਦੀ ਰੱਖ ਲੈਂਦੇ ਸੀ। ਫਿਰ ਹੋਰ ਨਹੀਂ, ਸੂਤ, ਸੂਤ ਦਾ ਮਤਲਬ ਹੈ ਜਨੇਊ। ਕਹਿੰਦੇ ਜਨੇਊ ਪਾ ਲੈਂਦੇ ਸੀ। ਫਿਰ ਕਹਿੰਦੇ ਧੋਤੀ, ਧੋਤੀ ਪਾ ਕੇ ਫਿਰ ਕਹਿੰਦੇ ਤੀਰਥ ਯਾਤਰਾ ਨੂੰ ਹੁੰਦੇ ਸੀ ਵੀ ਚਲੋ ਜੀ ਮੌਰ, ਉਹ ਫਲਾਣੇ ਚੱਲੀਏ, ਉੱਥੇ ਉੜੀਸਾ ਭੱਜੀਏ, ਆਹ ਪਹਾੜਾਂ 'ਚ ਇੱਧਰ ਅਮਰਨਾਥ ਨੂੰ ਭੱਜੀਏ। ਗਵਨ, ਤੀਰਥ ਯਾਤਰਾ ਕਰੀ ਜਾਂਦੇ ਸੀ, ਤੀਰਥ ਧਰਤੀ ਦਾ ਭ੍ਰਮਣ ਕਰੀ ਜਾਂਦੇ ਸੀ। ਡੰਡ ਕਮੰਡਲ ਸ਼ਿਖਾ ਸੂਤ ਧੁੱਤ, ਮਤਲਬ ਇੱਕ ਪਹਿਰਾਵਾ ਬਣਾ ਲਿਆ ਉਹਨਾਂ ਨੇ, ਕਿ ਕੋਈ ਇਹ ਗੱਲ ਲਾ ਕੇ ਨਹੀਂ ਕੀਤੀ ਬਾਬੇ ਨਾਨਕ ਨੇ ਕਿਸੇ ਨੂੰ। ਬਾਣੀ ਸਾਰੀ ਅੰਮ੍ਰਿਤ ਵਰਗੀ ਹੈ, ਕਿਸੇ ਨੂੰ ਲਾ ਕੇ ਨਹੀਂ ਗੱਲ ਕੀਤੀ। ਇੱਕ ਡਿਸਿਪਲਿਨ ਵਿੱਚੋਂ ਕੱਢਣਾ ਅਸੀਂ, ਵੀ ਇੱਕ ਵੇਸ ਬਣਾ ਲਿਆ, ਡਰੈਸ ਪਾ ਲਈ, ਇੱਕ ਆਪਣੇ ਆਪ ਨੂੰ ਧਾਰਮਿਕ ਸਿੱਧ ਕਰ ਦਿੱਤਾ, ਦਿਖਾਵਾ ਕਰ ਦਿੱਤਾ। ਉਹ ਸਵਾਰਨ ਆਏ ਸੀ ਅਸੀਂ ਆਤਮਾ, ਅਸੀਂ ਸਰੀਰ ਦੇ ਉੱਤੇ ਕੱਪੜੇ ਪਾ ਕੇ ਸਮਝ ਗਏ ਗੁਰਮੁਖ ਆਪਣੇ ਆਪ ਨੂੰ। ਅਸੀਂ ਬਾਬੇ ਨਾਨਕ ਦੇ ਨਕਸ਼ੇ ਕਦਮ ਫੜਨੇ ਸੀ। ਅਸੀਂ ਬਾਬੇ ਦੀ ਉਂਗਲ ਫੜ ਕੇ ਉੱਥੇ ਹੀ ਖੜੇ ਹੋ ਗਏ। ਬਾਬੇ ਨਾਨਕ ਨੇ ਦਿਖਾਇਆ ਵੀ ਉਹ ਦੇਖੋ ਚੰਨ, ਤੇ ਅਸੀਂ ਬਾਬੇ ਨਾਨਕ ਦੀ ਉਂਗਲ ਫੜ ਲਈ ਵੀ ਲੈ ਅਸੀਂ ਇਹਦੇ ਨਾਲ ਹੀ ਤਰ ਜਾਣਾ। ਬਾਬਾ ਨਾਨਕ ਤੇ ਆਪ ਕਹਿ ਰਿਹਾ ਮੈਂ ਤੇ ਨਾਮ ਜਪਦਾ ਭਾਈ। ਉਹ ਇੱਕ ਅਕਾਲ ਪੁਰਖ ਦਾ, ਬਾਬੇ ਨਾਨਕ ਤੋਂ ਵੀ ਉੱਤੇ ਕੋਈ ਹੈ ਇੱਕ ਅਕਾਲ ਪੁਰਖ ਪਰਮਾਤਮਾ, ਜਿਹਨੂੰ ਬਾਬੇ ਨਾਨਕ ਨੂੰ ਜਪਣਾ ਪਿਆ। ਫਿਰ ਕੀ ਕਹਿੰਦੇ ਬਾਬਾ ਨਾਨਕ ਅੱਗੇ? ਕਹਿੰਦੇ ਰਾਮ ਨਾਮ ਬਿਨ ਸ਼ਾਂਤ ਨਾ ਆਵੇ। ਕਹਿੰਦੇ ਤੇਰਾ ਸਹਿਜ ਵਾਲਾ ਜਿਹੜਾ ਕੰਮ ਹੈ ਨਾ, ਇਹ ਨਾਮ ਤੋਂ ਬਿਨਾਂ ਨਹੀਂ ਹੋਣਾ। ਨਾਮ ਤੋਂ ਬਿਨਾਂ ਤੂੰ ਬੋਦੀਆਂ ਵੀ ਰੱਖੀ ਜਾਏਗਾ, ਨਾਮ ਤੋਂ ਬਿਨਾਂ ਤੂੰ ਡੰਡੇ ਕਮੰਡਲ ਹੋਰ ਜੋ ਧਾਰਮਿਕ ਚਿੰਨ੍ਹ ਧਾਰਨ ਕਰੀ ਜਾਏਗਾ, ਆਪਣੇ ਕੋਲ ਰੱਖੇਗਾ, ਆਪਣਾ ਵੇਸ ਉਦਾਂ ਦਾ ਬਣਾਏਗਾ ਵੀ ਮੈਂ ਬੜਾ ਗੁਰਮੁਖ ਹਾਂ, ਮੈਂ ਬੜਾ ਧਾਰਮਿਕ ਹਾਂ।
ਉਹ ਸਵਾਰਨੀ ਆਤਮਾ ਹੈ। ਅਸੀਂ ਆਪਣਾ ਅੰਦਰ ਸਵਾਰਨਾ, ਆਪਣੀ ਸੁਰਤੀ ਸਵਾਰਨੀ ਹੈ। ਇਹੋ ਸੁਰਤੀ ਨੇ ਚੜ੍ਹਾਈ ਕਰਕੇ ਅਕਾਲ ਪੁਰਖ ਨੂੰ ਮਿਲਣਾ। ਮਿਲਣਾ ਕੀ ਹੈ? ਅਕਾਲ ਪੁਰਖ ਨੇ ਅੰਦਰ ਪ੍ਰਗਟ ਹੋਣਾ ਤੁਹਾਡੇ, ਕਿਤੇ ਬਾਹਰ ਥੋੜੀ। ਅਕਾਲ ਪੁਰਖ ਅੰਦਰ ਹੀ ਬੈਠਾ ਹੋ, ਸੁਰਤੀ ਨੇ ਉਹਨੂੰ ਪ੍ਰਗਟ ਕਰ ਦੇਣਾ। ਸ਼ਬਦ ਦੀ ਤੇ ਸੁਰਤੀ ਦੀ ਖੇਡ ਆ ਸਾਰੀ। ਜਦੋਂ ਸ਼ਬਦ ਔਰ ਸੁਰਤੀ ਦਾ ਮੇਲ ਹੋ ਗਿਆ, ਉਦੋਂ ਅਕਾਲ ਪੁਰਖ ਪ੍ਰਗਟ ਹੋਣਾ ਅੰਦਰ। ਬਸ ਇਹੀ ਕੰਮ ਕਰਨਾ। ਇਹੀ ਕੰਮ ਤੋਂ ਅਸੀਂ ਵਾਂਝੇ ਰਹੀ ਜਾਂਦੇ ਹਾਂ। ਤਾਂ ਬਾਬਾ ਨਾਨਕ ਕਹਿੰਦਾ ਵੀ ਜਨਮ ਤੁਹਾਡਾ ਖਰਾਬ ਚੱਲ ਜਾਣਾ, ਨੇਫਲ ਚਲੇ ਜਾਣਾ, ਰਾਮ ਨਾਮ ਬਿਨ ਸ਼ਾਂਤ ਨਾ ਆਵੇ। ਜਪ ਹਰ ਹਰ ਨਾਮ ਸੋ ਪਾਰ ਪਰੈ। ਹੁਣ ਆਉਣ ਲੱਗੇ ਉਧਰ ਰਿਜ਼ਲਟ ਆ। ਨਾਨਕ ਲਿਖਿਆ ਇੱਕ ਗੱਲ ਆਉਣ ਲੱਗੀ ਆ। ਕਹਿੰਦੇ ਸਹਿਜ ਅਵਸਥਾ 'ਚ ਨਹੀਂ ਜਾਏਗਾ ਨਾਮ ਤੋਂ ਬਿਨਾਂ, ਮਨ ਖੜਾ ਨਹੀਂ ਹੋਏਗਾ। ਸ਼ਾਂਤੀ ਦਾ ਮਤਲਬ ਮਨ ਸ਼ਾਂਤ ਹੋ ਜਾਣਾ, ਵਿਚਾਰਾਂ ਤੋਂ ਮਨ ਦਾ ਖਲੋਣਾ। ਜਿਹੜਾ ਬੰਦਾ ਮਿਹਨਤ ਕਰ ਜਾਂਦਾ, ਨਾਮ ਅਭਿਆਸ ਕਰ ਜਾਂਦਾ, ਉਹ ਫਿਰ ਵਿਸ਼ੇ ਵਿਕਾਰਾਂ ਦਾ ਜਿਹੜਾ ਇਹ ਸਮੁੰਦਰ ਹੈ, ਉਹਦੇ ਤੋਂ ਫਿਰ ਪਾਰ ਹੋ ਜਾਂਦਾ। ਉਹਨੂੰ ਫਿਰ ਉਹਦਾ ਕੁਝ ਵਿਗਾੜ ਨਹੀਂ ਸਕਦੇ। ਕੀ ਕਹਿੰਦਾ ਬਾਬਾ ਰਾਓ ਚ? ਕਹਿੰਦੇ ਰਾਮ ਨਾਮ ਬਿਨ ਬਿਰਥੇ ਜਗ ਜਨਮਾਂ। ਜੇਕਰ ਇਹ ਨਾਮ ਨਾ ਜਪਿਆ ਤੇ ਸਾਡਾ ਸਾਰਾ ਕੁਝ ਜ਼ਾਇਆ ਚਲਾ ਜਾਣਾ। ਭਾਵੇਂ ਅਸੀਂ ਲੱਖ ਕਰਮ ਕਰੀਏ, ਭਾਵੇਂ ਕਰੋੜ ਕਰੀਏ, ਭਾਵੇਂ ਅਸੀਂ ਖੰਡ ਪਾਠ ਕਰ ਲਈਏ, ਭਾਵੇਂ ਸਹਿਜ ਪਾਠ ਕਰ ਲਈਏ, ਜੇ ਉਹਦੇ ਤੇ ਅਮਲ ਨਾ ਕੀਤਾ, ਗੁਰਬਾਣੀ ਤੇ ਅੱਖਰ ਲਿਖਿਆਂ ਤੇ ਇਹ ਵੇਸਟ ਚਲਾ ਜਾਣਾ। ਹੋਰ ਆਓ ਜੀ ਅੱਗੇ ਚੌਥਾ ਪਤਾ ਲਈਏ। ਕਹਿੰਦੇ ਜਟਾ ਮੁਕਟ। ਉਹ ਮੁਕਟ ਦੀ ਬੜੀ ਅਸੀਂ ਲੱਭਿਆ ਵੀ ਇਹ ਮੁਕਟ ਗੱਲ ਕੀ ਹੈ, ਮੁਕਟ ਕਿਉਂ ਕਿਹਾ? ਅਖੀਰ ਤੇ ਮੁਕਟ ਦਾ ਪਤਾ, ਮੁਕਟ ਕਹਿੰਦੇ ਜੂੜੇ ਨੂੰ, ਜੂੜਾ ਜਿਹੜਾ ਉਹ ਜਟਾਂ ਜਿਹਾ ਨਹੀਂ। ਆਪਾਂ ਇੰਡੀਆ 'ਚ ਜਿਹੜੇ ਆਪਾਂ ਜਿਹੜੇ ਸੀਨੀਅਰ ਨੇ ਇੰਡੀਆ 'ਚ ਜੰਮੇ ਪਲੇ ਆ, ਸਾਧੂ ਜੀ ਆਉਂਦੇ ਹੁੰਦੇ ਸੀ, ਉਹਨਾਂ ਦੇ ਜਟਾਂ ਹੁੰਦੀਆਂ ਸੀ ਬੜੀਆਂ ਲੰਬੀਆਂ ਲੰਬੀਆਂ। ਉਹ ਸਾਡੇ ਮੰਮੀ ਹੁਣਾਂ ਨੇ ਕਹਿਣਾ ਵੀ ਇਹ ਵਾਹੁੰਦੇ ਨਹੀਂ ਸਿਰ, ਇਹਨਾਂ ਨੂੰ ਪਤਾ ਨਹੀਂ ਕੀ ਗੱਲ ਆ, ਉਹ ਨਾ ਨਹਾਉਂਦੇ ਨਾ ਵਾਹੁੰਦੇ, ਤੇ ਉਹ ਵਾਲ ਜੁੜ ਜੁੜ ਕੇ ਜਟਾਂ ਬਣ ਜਾਂਦੀਆਂ। ਉਹ ਫਿਰ ਜਟਾਂ ਦਾ ਜੂੜਾ ਕਰਦੇ, ਜੂੜਾ ਹੀ ਉਹ ਪੱਗ ਜਿੱਡਾ ਜੂੜਾ ਹੀ ਹੋ ਜਾਂਦਾ। ਇੰਨੇ ਲੰਬੇ ਵਾਲ ਹੋਏ, ਜਿਹੜੇ ਮੋਟੀਆਂ ਜੜਾਂ ਬਣ ਜਾਂਦੀਆਂ, ਉਹਨੂੰ ਫਿਰ ਮੁਕਟ ਕਿਹਾ। ਜਟਾ ਮੁਕਟ ਤਨ ਭਸਮ ਲਗਾਈ। ਫਿਰ ਉਹ ਸਰੀਰ ਤੇ ਇੱਥੇ ਨਹੀਂ ਬਸ ਕਰਦੇ, ਉਹ ਸਰੀਰ ਤੇ ਭਸਮ ਲਾਉਂਦੇ ਤੇ ਬਸਤਰ ਛੋੜ ਤਨ ਨਗਨ ਪਿਆ। ਕੱਪੜੇ ਹੀ ਨਹੀਂ ਪਾਉਂਦੇ। ਲੈ ਲਓ ਐਡਾ ਮਹਿਕਮਾ। ਆ ਹਿੰਦੁਸਤਾਨ 'ਚ ਦੇਖੋ ਕਿੱਡੇ ਧਾਰਮਿਕ ਹੁੰਦਿਆਂ ਸੁਣਦਿਆਂ ਨੰਗਿਆਂ ਸਾਧੂ ਨੂੰ ਪ੍ਰਵਾਨ ਕਰ ਲੈਂਦੇ ਆ। ਨੰਗਾ ਤੁਰਾ ਫਿਰਦਾ ਸਾਧੂ। ਤੇ ਜਿੰਨੇ ਕਿਸੇ ਬੀਬੀ ਨੇ ਆਪਣਾ ਤਨ ਢੱਕਿਆ, ਬੁਰਕਾ ਪਾਇਆ, ਉਹ ਪ੍ਰਵਾਨ ਨਹੀਂ ਆ। ਅੱਜ ਕੱਲ ਦੇ ਟਾਈਮ ਦੀ ਮੈਂ ਗੱਲ ਕਰਦਾ। ਨੰਗਾ ਸਾਧੂ ਪ੍ਰਵਾਨ ਆ, ਜਿਹੜਾ ਐਡਾ ਮੂਰਖ ਆ। ਉਦੋਂ ਹੀ ਬਾਜ਼ਾਰਾਂ 'ਚ ਭੱਜੇ ਫਿਰਦੇ, ਨੰਗੇ ਡੰਡਾ ਜਿਹਾ ਫੜਿਆ, ਉਦੋਂ ਹੀ ਭੱਜੇ ਫਿਰਦੇ। ਤੇ ਦੂਜੇ ਬੰਨੇ ਕੋਈ ਹੋਰ ਧਰਮ ਦੀ ਜਿਹੜੀ ਮੁਸਲਿਮ ਧਰਮ ਦਾ ਜਿਹੜਾ ਲਿਬਾਸ ਹੈ ਬੀਬੀਆਂ ਵਾਸਤੇ, ਆਪਣਾ ਤਨ ਢੱਕ ਕੇ ਰੱਖਦੇ ਆ, ਉਹਨੂੰ ਕਹਿੰਦੇ ਗਲਤ ਹੈ, ਹੀ ਨਾ ਪਾਓ। ਕਮਾਲ ਆ ਭਾਈ। ਉਹਨੂੰ ਗਾਲਾਂ, ਜਿਹੜਾ ਢੱਕਿਆ ਫਿਰਦਾ, ਜਿਹੜਾ ਚੰਗਾ ਕੰਮ ਕਰਦਾ, ਤੇ ਜਿਹੜਾ ਨੰਗਾ ਤੁਰਿਆ ਫਿਰਦਾ, ਉਹਨੂੰ ਕਹਿੰਦੇ ਵੀ ਵਾਹ ਇਹ ਧਰਮ ਆ। ਇਹਨਾਂ ਦੇ ਜੁੱਤੀਆਂ ਫਿਰਨੀਆਂ ਚਾਹੀਦੀਆਂ। ਲਫ਼ਜ਼ ਨਿਕਲਦੇ ਆ ਏਦਾਂ ਦੇ, ਜਦੋਂ ਇਹ ਸਾਰਾ ਸਾਹਮਣੇ ਆਉਂਦੀਆਂ ਚੀਜ਼ਾਂ ਵੀ ਕਰਦੇ ਕੀ ਪਏ ਆ। ਰਾਮ ਨਾਮ ਬਿਨ ਤ੍ਰਿਪਤ ਨਾ ਆਵੈ। ਜਟਾ ਮੁਕਟ ਤਨ ਭਸਮ ਲਗਾਈ, ਬਸਤਰ ਛੋੜ ਤਨ ਨਗਨ ਪਿਆ। ਕਹਿੰਦੇ ਰਾਮ ਨਾਮ ਬਿਨ ਤ੍ਰਿਪਤ ਨਾ ਆਵੈ। ਕਿੱਥੇ ਉਹਨਾਂ ਨੂੰ ਤ੍ਰਿਪਤੀ, ਕਿੱਥੇ ਹੁੰਦੀ ਆ ਉਹਨਾਂ ਨੂੰ? ਤ੍ਰਿਸ਼ਨਾ ਕਿੱਥੇ ਮੁੱਕਦੀ ਆ ਉਹਨਾਂ ਦੀ? ਉਹ ਗ੍ਰਸਤ ਜੀਵਨ ਆਪ ਨਹੀਂ ਅਪਣਾਉਂਦੇ, ਦੂਸਰੀਆਂ ਇਸਤਰੀਆਂ ਤੇ ਫਿਰ ਉਹ ਅੱਖ ਰੱਖਦੇ ਆ। ਦੇਖ ਲਓ ਜਿੰਨੇ ਕਹਿੰਦੇ ਆਪਣੇ ਵੀ ਕਹਿੰਦੇ ਵਿਅੰਗਮ, ਕਿੰਨੇ
ਜੇਲਾਂ ਭਰੀਆਂ ਪਈਆਂ ਸਾਧੂਆਂ ਦੇ ਨਾਲ ਜਿਹੜੇ ਆ ਕੰਮ ਕਰਦੇ ਸਾਧੂ ਸੰਤ ਜਿਹੜੇ ਸੋ ਕਾਲਡ ਮਤਹੀਣੇ, ਕੋਈ ਬਲਾਤਕਾਰ ਦੇ ਕੇਸ ਚ ਅੰਦਰ ਹੈ, ਕੋਈ ਧੋਖੇ ਧੜੀ ਦੇ ਕੇਸ ਚ ਅੰਦਰ ਹੈ। ਤ੍ਰਿਸ਼ਨਾ ਅਰਬਾਪਤੀ, ਮੁੱਕ ਗਈ ਉਹਨਾਂ ਦੀ ਤ੍ਰਿਸ਼ਨਾ? ਨਹੀਂ। ਕੋਈ ਨਸ਼ਿਆਂ ਦੇ ਕੇਸ ਦੇ ਵਿੱਚ ਅੰਦਰ ਹੈ, ਕੋਈ ਬੰਦਿਆਂ ਦੇ ਸ਼ੋਸ਼ਣ ਕਰਨ ਦੇ ਕੇਸ ਵਿੱਚ ਅੰਦਰ ਹੈ। ਦੇਖ ਲਓ, ਸਾਡੇ ਸਾਹਮਣੇ ਹੀ ਆ ਸਾਰਾ ਕੁਝ। ਇਹ ਕਲਾ ਅਕਾਲ ਪੁਰਖ ਆਪ ਇਹ ਕਲਾ ਵਰਤਾ ਰਿਹਾ, ਸਾਡੇ ਸਾਹਮਣੇ ਹੈ ਸਾਰਾ ਕੁਝ। ਅਸੀਂ ਫਿਰ ਉੱਥੋਂ ਲੈਸਨ ਨਹੀਂ ਲੈਂਦੇ। ਰਾਮ ਨਾਮ ਬਿਨ ਤ੍ਰਿਪਤ ਨਾ ਆਵੇ, ਕਿਰਤ ਕੇ ਬੰਦ ਹੈ ਭੇਖ ਭਇਆ। ਭੇਖ ਸਪੈਸ਼ਲ ਖਾਸ ਕਿਸਮ ਦਾ ਭੇਖ ਦੇ ਖੱਖੇ ਨੂੰ ਔਂਕੜ ਹੈ। ਉਸ ਕਰਮਾਂ ਦੇ ਸੰਸਕਾਰਾਂ ਚ ਬੱਝੇ ਹੋਏ ਬਾਹਰਲਾ ਧਾਰਮਿਕ ਲਿਬਾਸ ਪਾਈ ਫਿਰਦੇ ਆ। ਆਖੇ ਜੀ ਇਹ ਮਰਿਆਦਾ ਹੈ ਸਾਡੀ। ਬਾਬੇ ਨਾਨਕ ਦੀ ਮਰਿਆਦਾ ਨਾ ਦੇਖਿਓ, ਆਪਣੀ ਦੇਖਿਓ ਮਰਿਆਦਾ। ਤੇ ਹੁਣ ਜੀ ਆ ਕੇ ਸਾਰਾ ਕੁਝ ਸਿਸਟਮ ਬਣਿਆ। ਬਾਬੇ ਨਾਨਕ ਨੇ ਤੇ ਗੁਰਬਾਣੀ ਲਿਖੀ ਹੈ, ਗੁਰੂਆਂ ਨੇ ਤੇ ਬਾਣੀ ਲਿਖੀ ਹੈ। ਬਾਣੀ ਉਹਨਾਂ ਨੇ ਕਲੈਕਟ ਕੀਤੀ ਹੈ ਭਗਤਾਂ ਦੀ, ਉੱਚੀ ਤੇ ਸੁੱਚੀ, ਤੇ ਉਹ ਸਾਡੇ ਵਾਸਤੇ ਦਿੱਤੀ ਹੈ ਵੀ ਮੇਰੇ ਗੁਰਸਿੱਖੋ ਆਪ ਪੜ੍ਹ ਲਓ, ਸਿੱਖ ਲਿਓ, ਜਨਮ ਨਾ ਕਿਤੇ ਤੁਹਾਡਾ ਜ਼ਾਇਆ ਚਲਾ ਜਾਏ। ਰਾਮ ਨਾਮ ਬਿਨ ਤ੍ਰਿਪਤ ਨਾ ਆਵੇ, ਕਿਰਤ ਕੇ ਬਾਂਦੇ ਭੇਖ ਭਇਆ। ਉਹ ਨਿਰਾ ਬਾਹਰਲਾ ਧਾਰਮਿਕ ਲਿਬਾਸ ਪਾ ਕੇ ਰੱਖਦੇ ਆ, ਸੰਸਕਾਰਾਂ ਚ ਬੱਝੇ ਹੋਏ, ਮਰਿਆਦਾ ਸੰਜਮ ਦੇ ਵਿੱਚ ਬੱਝੇ ਬੰਦੇ। ਹੋਰ ਅੱਗੇ ਚੱਲੀਏ, ਇੱਕ ਵਾਰ ਫਿਰ ਰਹਾਓ ਤੇ ਮੁੜ ਕੇ ਆ ਜਾਈਏ। ਬਿਖ ਖਾਵੇ ਬਿਖ ਬੋਲੀ ਬੋਲੇ, ਬਿਨ ਨਾਮੇ ਨਿਫਲ ਮਰ ਭਰਮਨਾ। ਨਾਮ ਨਹੀਂ ਹੈ ਤੇ ਏਦਾਂ ਹੋਣਾ ਹੀ ਹੈ। ਰਾਮ ਨਾਮ ਬਿਨ ਬਿਰਥੇ ਜਗ ਜਨਮਾ। ਪਰ ਤੂੰ ਲੈਸਨ ਲੈ, ਤੇਰਾ ਜਨਮ ਨਾ ਕਿਤੇ ਖਰਾਬ ਚਲਾ ਜਾਏ ਏਦਾਂ ਹੀ, ਅਕਾਲ ਪੁਰਖ ਨੂੰ ਮਿਲੇ ਤੋਂ ਬਿਨਾਂ ਹੀ। ਅੱਗੇ ਦੇਖੋ, ਜੇਤੇ ਜੀ ਜੰਤ ਜਲ ਥਲ ਮਹੀਲ, ਜਤਰ ਕਤਰ ਤੂੰ ਸਰਬ ਜੀਆਂ। ਜੇਤੇ ਜੀ ਜੰਤ ਜਲ ਥਲ ਮਹੀਲ, ਜਤਰ ਕਤਰ ਤੂੰ ਸਰਬ ਜੀਆਂ। ਕਹਿੰਦੇ ਜੀਵਾਂ ਦੇ ਵੱਸ ਕੁਝ ਨਹੀਂ ਆ। ਪਾਣੀ, ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ ਜਿੰਨੇ ਵੀ ਜੀਵ ਵਸਦੇ ਆ, ਤੂੰ ਕਹਿੰਦੇ ਹਰ ਥਾਂ ਤੇ ਮੌਜੂਦ ਹੈ। ਕਿਉਂਕਿ ਹਰ ਜੀਵ ਸਾਹ ਤੇ ਲੈ ਹੀ ਰਿਹਾ ਨਾ, ਹਰੇਕ ਦੇ ਵਿੱਚ ਉਹਦੀ ਜੋਤ ਆ। ਜਿੱਤੇ ਜੀ ਜੰਤ ਜਲ ਥਲ ਮਹੀਲ, ਥੱਲੇ ਪਾਣੀ ਦੇ ਵਿੱਚ, ਉੱਤੇ ਆਕਾਸ਼ ਦੇ ਵਿੱਚ, ਧਰਤੀ ਦੇ ਵਿੱਚ, ਜਤਰ ਕਤਰ ਤੂੰ ਸਰਬ ਜੀਆਂ। ਤੂੰ ਆਪ ਹੀ ਕਹਿੰਦੇ ਹਰ ਥਾਂ ਤੇ ਮੌਜੂਦ ਹੈ। ਫਿਰ ਅੱਗੇ ਕੀ? ਆਹ ਹੁੰਦਾ ਸ਼ਰਨ ਪੈਣਾ, ਆਹ ਹੁੰਦਾ ਨੀਵੇਂ ਹੋਣਾ। ਬਾਬਾ ਨਾਨਕ, ਜਿੰਨਾ ਵੀ ਗਿਆਨ ਮਿਲੂਗਾ ਤੁਹਾਨੂੰ ਗੁਰਬਾਣੀ ਚ, ਜਦੋਂ ਗਿਆਨ ਦਾ ਅਖੀਰਲਾ ਹਿੱਸਾ ਆਊਗਾ, ਉੱਥੇ ਐਨ ਨੀਵੇਂ ਹੋ ਜਾਂਦੇ ਆ ਗੁਰੂ ਸਾਹਿਬ ਜਾਂ ਭਗਤ, ਹੱਥ ਖੜੇ ਕਰ ਦਿੰਦੇ, ਸਰੈਂਡਰ ਕਰ ਦਿੰਦੇ ਆ। ਕਹਿੰਦੇ ਗੁਰ ਪ੍ਰਸਾਦ ਰਾਖ ਲਏ, ਗੁਰ ਪ੍ਰਸਾਦੇ ਰਾਖ ਲੈ ਜਨ ਕੋ, ਹਰ ਰਸ ਨਾਨਕ ਝੋਲ ਪੀਆ। ਕਹਿੰਦੇ ਜਿਹੜੇ ਜੀਵ ਨੂੰ ਤੂੰ ਆਪਣੀ ਨਜ਼ਰ ਰਾਹੀਂ ਵਿਸ਼ਿਆਂ ਤੋਂ, ਵਿਕਾਰਾਂ ਤੋਂ ਬਚਾ ਲੈਣਾ, ਉਹ ਫਿਰ ਪਰਮਾਤਮਾ ਦਾ ਰਸ ਬੜੇ ਸਵਾਦ ਨਾਲ ਪੀਂਦੇ ਆ। ਉਹ ਹਿਲਾ ਕੇ ਉਹ ਰਸ ਪੀਂਦੇ। ਆਪਾਂ ਨਹੀਂ, ਜੂਸ ਨਹੀਂ ਹੁੰਦਾ ਪਲ ਵਾਲਾ ਜੂਸ, ਐ ਹਿਲਾ ਕੇ ਪੀਣਾ ਹੈ ਨਾ। ਜਾਂ ਕਿਤੇ ਪੁਰਾਣੇ ਦਿਨਾਂ ਦੇ ਵਿੱਚ ਕੋਈ ਜਿੱਦਾਂ ਨਦੀ ਚੋਂ ਜਾਂ ਕਿਤੇ ਜਲ ਪਾਣੀ ਪੀਣਾ ਹੁੰਦਾ ਸੀ, ਤੇ ਉਹ ਝੋਲ ਉਹਨੂੰ ਕਹਿੰਦੇ ਸੀ, ਐ ਨਾ ਉਹਨੂੰ ਪਾਸੇ ਕਰਕੇ ਪਾਣੀ ਨੂੰ ਪਾਸੇ ਪਰ ਥੱਲੋਂ ਬੁੱਕ ਕੱਢੇ ਜਾਂਦੇ ਸੀ, ਉਹਨੂੰ ਕਹਿੰਦੇ ਝੋਲ। ਅਰਦਾਸ ਕਰਦੇ ਬਾਬਾ ਨਾਨਕ, ਗੁਰ ਪ੍ਰਸਾਦ ਰਾਖ ਲੈ। ਇਹਦਾ ਮਤਲਬ ਕੀ ਹੈ? ਗੁਰ ਪ੍ਰਸਾਦ ਦੇ ਰਾਖ ਲੈ ਵੀ ਮੈਨੂੰ ਨਾਮ ਦਾ ਦਾਨ ਬਖਸ਼, ਮੈਨੂੰ ਸ਼ਬਦ ਜਪਣ ਦੀ ਬਲ ਬੁੱਧੀ ਬਖਸ਼। ਹੋਰ ਕੁਛ ਨਹੀਂ ਹੈ, ਰੱਖਣਾ ਇਹੀ ਹੈ। ਸਤਿਗੁਰ ਮੇਰਾ ਸਦਾ ਦਿਆਲਾ, ਮੋਹਿ ਦੀਨ ਕੋ ਰਾਖ ਲਿਆ। ਸਤਿਗੁਰ ਮੇਰਾ ਸਦਾ ਦਿਆਲਾ, ਮੋਹਿ ਦੀਨ ਕੋ ਰਾਖ ਲਿਆ। ਵਾਹਿਗੁਰੂ ਵਾਹਿਗੁਰੂ। ਸਤਿਗੁਰ ਮੇਰਾ ਸਦਾ ਦਿਆਲਾ, ਮੋਹਿ ਦੀਨ ਕੋ ਰਾਖ ਲਿਆ। ਕਾਟਿਆ ਰੋਗ ਮਹਾ ਸੁਖ ਪਾਇਆ,
ਹਰ ਅੰਮ੍ਰਿਤ ਮੁਖ ਨਾਮ ਦੀਆ, ਇਹ ਹੈ ਰੱਖਣਾ। ਸੋ ਇਹਦੇ ਗ੍ਰਾਮੈਟਿਕਲੀ ਮੀਨਿੰਗ ਜੋ ਮਰਜ਼ੀ ਬਣਾਈ ਜਾਣੇ ਦੇ, ਪਰ ਇਹ ਬ੍ਰਹਮ ਗਿਆਨ ਦਾ ਮੁਕਾਬਲਾ ਨਹੀਂ। ਇਹ ਐਸੀ ਬਖਸ਼ਿਸ਼ ਹੈ ਬ੍ਰਹਮ ਗਿਆਨ, ਜੋ ਮਰਜ਼ੀ ਕਹੀ ਜਾਣੇ। ਗ੍ਰਾਮਰ ਆ ਕਹਿੰਦੀ ਹੈ ਜੀ, ਗ੍ਰਾਮਰ ਆ ਕਹਿੰਦੀ ਹੈ। ਹੁਣ ਗ੍ਰਾਮਰ ਦੇਖੀਏ ਕਿ ਬਾਬੇ ਨਾਨਕ ਦਾ ਗਿਆਨ ਦੇਖੀਏ। ਸੋ ਗੁਰ ਪ੍ਰਸਾਦ ਰਾਖ ਲੈ ਜਨ ਕੋ, ਕਹਿੰਦੇ ਕਿਰਪਾ ਕਰ, ਤਰਸ ਕਰ, ਮੈਨੂੰ ਨਾਮ ਦੀ ਦਾਤ ਬਖਸ਼। ਗੁਰ ਪ੍ਰਸਾਦ ਰਾਖ ਲੈ, ਆਪਣੀ ਅਵਸਥਾ ਦੱਸਦੇ ਆ ਵੀ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਨੇ ਮੈਨੂੰ ਰੱਖ ਲਿਆ। ਜਨ ਕੋ, ਅਸੀਂ ਵੀ ਇਹੋ ਅਰਦਾਸ ਕਰਨੀ ਹੈ ਵੀ ਰੱਖੋ ਸੱਚੇ ਪਾਤਸ਼ਾਹ, ਸਾਨੂੰ ਗੁਰਪ੍ਰਸਾਦ ਦੇ ਪਾਤਰ ਬਣਾਓ, ਸਾਨੂੰ ਗੁਰਪ੍ਰਸਾਦ ਲੈਣ ਜੋਗੇ ਬਣਾਓ। ਗੁਰਪ੍ਰਸਾਦ ਰਾਖ ਲੈ ਜਨ ਕੋ, ਹਰ ਰਸ ਨਾਨਕ ਝੋਲ ਪੀਆ। ਨਾਨਕ ਜੋ ਜੋਤ ਕੀ ਕਹਿੰਦੀ ਹੈ? ਜਿਨ੍ਹਾਂ ਨੂੰ ਗੁਰਪ੍ਰਸਾਦ ਦੇ ਨਾਲ ਪ੍ਰਮਾਤਮਾ ਨਾਮ ਦੀ ਬਖਸ਼ਿਸ਼ ਕਰਦਾ ਹੈ, ਉਹ ਫਿਰ ਹਰ ਰਸ ਅੰਮ੍ਰਿਤ ਛਕਦੇ ਹੀ ਰਹਿੰਦੇ ਆ, ਅਠੋ ਪੈਰ ਛਕਦੇ ਆ, ਅਠੋ ਪੈਰ ਫਿਰ ਉਹ ਨਾਮ ਦਾ ਰਸ, ਉਹਦਾ ਸਵਾਦ ਚੱਖਦੇ ਆ। ਹੁਣ ਜੇਕਰ ਇਸ ਅਵਸਥਾ ਚ ਆਉਣਾ, ਇੱਕ ਸ਼ਬਦ ਦਾ ਅਭਿਆਸ ਕਰਨਾ ਪਊ। ਜੇਕਰ ਨਹੀਂ ਆਉਣਾ ਤੇ ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਇਸ ਨਾਮ ਤੋਂ ਬਿਨਾਂ ਜਨਮ ਜਿਹੜਾ ਹੈ ਉਹ ਵਿਅਰਥ ਚਲਾ ਜਾਏਗਾ। ਸੰਧਿਆ ਦੀ ਗੱਲ ਅਸੀਂ ਕੀਤੀ ਸੀ। ਸੰਧਿਆ ਕਿੱਥੇ ਸੀ? ਪੁਸਤਕ ਪਾਠ ਵਿਆਕਰਨ ਵਖਾਣਾ ਸੰਧਿਆ ਕਰੋ। ਹੁਣ ਗੁਰੂ ਅਮਰਦਾਸ ਪਾਤਸ਼ਾਹ ਇਸ ਸੰਧਿਆ ਦੇ ਲਈ ਕੀ ਕਹਿੰਦੇ ਆ? ਕਹਿੰਦੇ ਇਹ ਸੰਧਿਆ ਪ੍ਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿੱਤ ਆਵੇ। ਕਰ ਲੋ, ਪੱਕਾ ਕਰਤਾ ਲੈਸਨ, ਗਿਆਨ ਪੱਕਾ ਕਰਤਾ ਗੁਰੂ ਅਮਰਦਾਸ ਪਾਤਸ਼ਾਹ ਨੇ। ਸ਼ਲੋਕ ਮਹੱਲਾ ਤੀਜਾ, ਪੋਥੀ ਪੰਨਾ 553। ਕਹਿੰਦੇ ਇਹ ਸੰਧਿਆ ਪ੍ਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿੱਤ ਆਵੈ। ਹਰਸਿਉ ਪ੍ਰੀਤ ਉਪਜੈ, ਮਾਇਆ ਮੋਹ ਜਲਾਵੈ। ਗੁਰ ਪ੍ਰਸਾਦੀ ਦੁਬਦਾ ਮਰੈ, ਮਨੁਆ ਅਸਥਿਰ। ਸੰਧਿਆ ਕਰੇ ਵਿਚਾਰ, ਨਾਨਕ ਸੰਧਿਆ ਕਰੇ ਮਨਮੁਖੀ। ਜੀਉ ਨਾ ਟਿਕੈ, ਮਰ ਜੰਮੈ ਹੋਏ ਖੁਆਰ। ਇੱਕ ਸੰਧਿਆ ਕਰਨੀ ਹੈ ਗੁਰਮੁਖ ਨੇ ਕੇਵਲ ਨਾਮ ਅਭਿਆਸ ਕਰਕੇ, ਇੱਕ ਸੰਧਿਆ ਕਰਨੀ ਹੈ ਮਨਮੁਖ ਨੇ ਜਿਹੜਾ ਉਹਦਾ ਕਰਮ ਹੈ ਬਾਕੀ ਕਰਮ ਕਰਕੇ, ਭੇਖ ਧਾਰ ਕੇ, ਡਰੈਸਾਂ ਪਾ ਕੇ, ਧਾਰਮਿਕ ਚਿੰਨ੍ਹ ਹਾਸਲ ਕਰਕੇ, ਪਾ ਕੇ, ਸਜਾ ਕੇ। ਕਹਿੰਦੇ ਉਹਦਾ ਜੀ ਨਹੀਂ ਟਿਕਣਾ, ਉਹਦਾ ਮਨ ਨਹੀਂ ਟਿਕਣਾ। ਉਹਨੇ ਫਿਰ ਮਰਦੇ ਰਹਿਣਾ, ਜੰਮਦੇ ਰਹਿਣਾ ਤੇ ਉਹਦੀ ਖੁਆਰੀ ਹੋਣੀ, ਕੋਈ ਇੱਜ਼ਤ ਨਹੀਂ ਮਿਲਣੀ ਉਹਨੂੰ ਪਰਮਾਤਮਾ ਦੇ ਦਰ ਤੇ। ਹੋਰ ਆਪਾਂ ਸ਼ਬਦ ਦੀ ਗੱਲ ਕੀਤੀ ਹੈ, ਮੁਕਤੀ ਦੇ ਦਰ ਦੀ ਗੱਲ ਕੀਤੀ ਹੈ। ਸ਼ਬਦ ਮਰੈ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ। ਸਤਿਗੁਰ ਮਿਲੇ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ। ਸ਼ਬਦ ਮਰੈ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ। ਸੋ ਇਹ ਜਿਹੜਾ ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਇਹ ਉਹਦੇ ਬਾਬਤ ਮੈਂ ਗੱਲ ਕਰ ਰਿਹਾ। ਮੁਕਤੀ ਮਿਲਣੀ ਕਿੱਦਾਂ ਹੈ? ਸ਼ਬਦ ਦੇ ਉੱਤੇ ਮਿਹਨਤ ਕਰਨੀ ਪਊ। ਸ਼ਬਦ ਮਰੈ, ਆਪਾਂ ਨਹੀਂ ਕਹਿੰਦੇ ਯਾਰ ਬਈ ਉਹ ਮਾਂ-ਬਾਪ ਹੀ ਸਾਡੇ ਕਈ ਵਾਰੀ ਸਾਨੂੰ ਸਮਝਾਉਣ ਲੱਗਿਆ ਕਹਿੰਦੇ ਸੀ ਅਸੀਂ ਮਰ ਮਰ ਕੇ ਕੰਮ ਕਰਦੇ ਹਾਂ, ਕਿੰਨੀ ਮਿਹਨਤ ਕਰਦੇ ਹਾਂ। ਦਾ ਮਤਲਬ ਹੈ ਸ਼ਬਦ ਦੇ ਅਭਿਆਸ ਦੀ ਮਿਹਨਤ ਕਰਨੀ ਪੈਣੀ ਹੈ। ਸ਼ਬਦ ਮਰੈ, ਮਨ ਨੂੰ ਮਾਰ ਮਾਰ ਕੇ ਕਰਨਾ ਪੈਣਾ, ਉਹਦਾ ਨਤੀਜਾ ਵੀ ਹਾਸਲ ਹੋਣਾ। ਇਹ ਨਾ ਸਮਝੋ ਵੀ ਮਿਲਣਾ ਨਹੀਂ ਕੁਛ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ। ਨਿੱਕਾ ਜਿਹਾ ਇੱਕ ਵਾਰ ਦਾ ਵਾਹਿਗੁਰੂ ਕਿਹਾ ਵੀ ਤੁਹਾਡਾ ਵਿਅਰਥ ਨਹੀਂ ਜਾਣਾ। ਹੋਰ ਇਹਨੂੰ ਪੱਕਾ ਕਰੀਏ। ਕਹਿੰਦੇ ਨਾਨਕ ਸ਼ਬਦ ਰੱਤੇ ਸੇ ਮੁਕਤ ਹੈ, ਹਰ ਜੀਉ ਹੇਤ ਪਿਆਰ। ਜਿਹੜੇ ਬੰਦੇ ਉਸ ਇੱਕ ਨਾਮ ਅਭਿਆਸ ਦੇ ਵਿੱਚ, ਸਤਿਗੁਰ ਦੇ ਸ਼ਬਦ ਦੇ ਵਿੱਚ ਰੱਤੇ ਜਾਂਦੇ ਆ, ਉਹ ਮੁਕਤ ਨੇ, ਕਿਉਂਕਿ ਉਹਨਾਂ ਦੀ ਬਿਰਤੀ, ਉਹਨਾਂ ਦਾ ਪਿਆਰ ਹੀ ਪਰਮਾਤਮਾ ਨਾਲ ਪੈ ਜਾਂਦਾ।
ਉਹਨਾਂ ਦੇ ਮਨ 'ਚ ਹੋਰ ਕੋਈ ਖਿਆਲ ਹੀ ਨਹੀਂ ਆਉਂਦਾ। ਹਰ ਜੀਓ ਹੇਤ ਪਿਆਰ, ਉਹਨਾਂ ਦੀ ਮੁਹੱਬਤ, ਉਹਨਾਂ ਦਾ ਇਸ਼ਕ ਹੀ ਉਸ ਪ੍ਰਮਾਤਮਾ ਦੇ ਨਾਮ ਨਾਲ ਹੁੰਦਾ। ਰਾਮ ਨਾਮ ਮਨ ਵੇਦਿਆ, ਅਵਰ ਕੇ ਕਰੀ ਵਿਚਾਰ, ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖਸਾਰ, ਜਿਉ ਭਾਵੈ ਤਿਉ ਰਾਖ ਤੂੰ, ਮੈਂ ਹਰ ਨਾਮ ਆਧਾਰ। ਬਸ ਇਹ ਵੀ ਬਾਬਾ ਨਾਨਕ ਹੀ ਕਹਿ ਰਿਹਾ ਸ੍ਰੀ ਰਾਗ ਦੇ ਵਿੱਚ, ਪੰਨਾ ਨੰਬਰ 62। ਕਹਿੰਦੇ ਜਿਵੇਂ ਰੱਖਣਾ ਰੱਖ ਲਾ, ਬਸ ਮੈਨੂੰ ਇਹ ਗੱਲ ਪਤਾ ਲੱਗ ਗਈ ਵੀ ਮੈਂ ਤੇਰਾ ਨਾਮ ਜਪਣਾ, that is all। ਇਹੀ ਬੜਾ ਗੁਰਪ੍ਰਸਾਦ ਹੈ ਵੀ ਅਸੀਂ ਨਾਮ ਜਪਣ ਵਾਲੇ ਪਾਸੇ ਲੱਗ ਜੀ। ਅਗਲਾ ਰਿਜ਼ਲਟ ਫਿਰ ਆਪੇ ਮਿਲਣਾ, ਅਸੀਂ ਉਹਦੇ ਵੱਲ ਨੂੰ ਵੀ ਨਹੀਂ ਜਾਣਾ, ਉਹ ਸਾਨੂੰ ਆਪੇ ਨਤੀਜਾ ਮਿਲਣਾ। ਸੋ ਇੱਥੇ ਅੱਜ ਅਸੀਂ ਅੱਜ ਦੇ ਵਿਚਾਰ ਦੀ ਸਮਾਪਤੀ